ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਗੋਬਿੰਦ ਪ੍ਰਭ ਲੋਕ ਸਿਧਾਰੇ। ਹਰੀ ਰਾਏ ਤਿਹ ਠਾਂ ਬੈਠਾਰੇ। हरि कृष्ण तिनके सुत वै तिन ते तेक बहादुर भय। तिलक जंयू राखा प्रभ ताका कीनो बड़ो कलू मह साका। साधन हेत इति जिन करी शीस दिया पर सी नहीं उचरी। धर्म हेत साका जिन किया शीस दिया पर सिर ना दिया। नाटक चेटक किए कुकाजा प्रभ लोगन कह आवत लाजा। सुकाओ टल गुर सेवि अहनिस सहज सुभा। दर्शन परसे गुरु कह जन्म मरण दुख वै सिफत खसम। दूर अरसों कुरसों तुद डिठे सचे पातशाह। मल जन्म जन्म दी तुद डिठे सचे पातशाह। मल जन्म जन्म दी कटिया। जुगो जुग अटल चवर तख्त ਸਿੰਘਾਸਨ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਦੀ ਗੁਰਬਖਸ਼ਿਸ਼ ਗੁਰ ਫਤਿਹ ਦੀ ਹਾਜ਼ਰੀ ਲਵਾਈਏ। ਮਿਲ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੀ ਸ਼ਹੀਦੀ ਦਾ ਜੋ ਦਿਹਾੜਾ ਹੈ ਉਹ ਪ੍ਰਾਪਤ ਹੋ ਰਿਹਾ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਦਿੱਲੀ ਦੇ ਚਾਂਦਨੀ ਚੌਂਕ ਵਿਖੇ ਦੁਪਹਿਰ ਦੇ 12 ਵਜੇ ਮਹਾਰਾਜ ਸਾਹਿਬ ਜੀਆਂ ਨੇ ਇਹ ਜੋ ਸ਼ਹਾਦਤ ਹੈ ਉਹ ਦਿੱਤੀ ਹੈ। ਇਸ ਦੇ ਸੰਬੰਧ ਵਿੱਚ ਆਪਣੇ ਇਸ ਸਥਾਨ 'ਤੇ ਦੀਵਾਨ ਸਜੇ ਨੇ। ਆਪ ਸੰਗਤਾਂ ਨੇ ਕੀਰਤਨ ਦੇ ਦੁਆਰਾ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਆਪਣੇ ਮਨ ਦਾ ਧਿਆਨ ਟਿਕਾਈਏ ਗੁਰੂ ਚਰਨਾਂ ਦੇ ਵਿੱਚ। ਬੜੀ ਭਾਵਨਾ ਦੇ ਨਾਲ ਇਹ ਜੋ ਇਤਿਹਾਸ ਸ਼ਹੀਦੀ ਸਾਕਾ ਮਹਾਰਾਜ ਸਾਹਿਬ ਜੀ ਨੇ ਵਰਤਾਇਆ, ਇਸ ਨੂੰ ਸਰਵਣ ਕਰਕੇ ਆਪਣੀਆਂ ਹਾਜ਼ਰੀਆਂ ਗੁਰੂ ਚਰਨਾਂ ਵਿੱਚ ਲਵਾ ਕੇ ਖੁਸ਼ੀਆਂ ਪ੍ਰਾਪਤ ਮਹਾਰਾਜ ਸਾਹਿਬ ਜੀ ਦੀਆਂ ਕਰੀਏ। ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ, ਔਰੰਗਜ਼ੇਬ ਬਾਦਸ਼ਾਹ ਹਿੰਦੁਸਤਾਨ ਦੇ ਤਖਤ ਦਾ ਮਾਲਕ ਹੈ, ਜਿੱਥੇ ਰਾਜਨੀਤਿਕ ਫੈਸਲੇ ਕਰਦਾ ਹੈ ਉੱਥੇ ਧਾਰਮਿਕ ਤੌਰ 'ਤੇ ਧਰਮ ਦੀ ਬੜੀ ਸੋਝੀ ਅਤੇ ਗਿਆਨ ਰੱਖਦਾ ਹੈ। ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ 1400 ਮਲਾਓ ਜਿਹੜੇ ਸਨ, ਕਹਿ ਲਈਏ ਵੱਡੇ ਵੱਡੇ ਵਿਦਵਾਨ ਮੁਲਾਣੇ ਸਨ, ਜੋ ਧਰਮ ਦੀ ਗੱਲ ਧਰਮ ਦਾ ਗ੍ਰੰਥ ਪੜ੍ਹ ਕੇ ਸੁਣਾਉਂਦੇ ਰਹਿੰਦੇ ਔਰੰਗਜ਼ੇਬ ਬਾਦਸ਼ਾਹ। ਅਤੇ ਇਸ ਦੇ ਨਾਲ ਨਾਲ ਇਸ ਨੇ ਇੱਕ ਪੰਡਤ ਬੜਾ ਸੂਝਵਾਨ ਬੜਾ ਸਿਆਣਾ ਆਪਣੇ ਦਰਬਾਰ ਵਿੱਚ ਉਸ ਦੇ ਕੋਲੋਂ ਵੀ ਕਥਾ ਵਿਖਿਆਨ ਸੁਣਦਾ ਹੈ ਕਿ ਦੂਸਰੇ ਧਰਮਾਂ ਦੇ ਮਤਾਂ ਦੇ ਗ੍ਰੰਥ ਕੀ ਆਖਦੇ। ਪੰਡਤ ਵਿਦਵਾਨ ਰੋਜ਼ ਜਾਂਦਾ ਹੈ, ਕਥਾ ਵਿਖਿਆਨ ਸਰਵਣ ਕਰਵਾਉਂਦਾ ਹੈ।
ਇਤਿਹਾਸਕਾਰ ਇਹ ਗੱਲ ਕਹਿੰਦੇ, ਇੱਕ ਦਿਨ ਉਹ ਪੰਡਤ ਜੀ ਕਿਸੇ ਕਾਰਨ ਕਰਕੇ ਦਰਬਾਰ ਵਿੱਚ ਨਹੀਂ ਜਾ ਸਕੇ, ਜਾਂ ਕਹਿ ਲਈਏ ਵੀ ਬਿਮਾਰ ਹੋ ਗਏ। ਆਪਣੀ ਥਾਂ ਤੇ ਆਪਣੇ ਪੁੱਤਰ ਨੂੰ ਭੇਜਿਆ, ਕਹਿਣ ਲੱਗੇ ਜਾਓ ਜਾ ਕੇ ਅੱਜ ਤੁਸੀਂ ਆਪਣੀ ਜੋ ਹਾਜ਼ਰੀ ਹੈ, ਜੋ ਸਮਾਂ ਹੈ, ਉਸ ਦੇ ਮੁਤਾਬਕ ਕਥਾ ਸੁਣਵਾ ਕੇ ਸਰਵਨ ਕਰਵਾ ਕੇ ਆਓ। ਪੰਡਤ ਜੀ ਦਾ ਪੁੱਤਰ ਅੱਜ ਦਰਬਾਰ ਵਿੱਚ ਪਹੁੰਚਿਆ। ਮੱਧ ਭਾਗਵਤ ਗੀਤਾ ਦੀ ਕਥਾ ਜੋ ਭਗਵਾਨ ਕ੍ਰਿਸ਼ਨ ਜੀਆਂ ਨੇ ਉਚਾਰੀ ਹੈ, ਉਸ ਦਾ ਸ਼ਲੋਕ ਪੜ੍ਹ ਕੇ ਜਦੋਂ ਕਥਾ ਸੁਣਾਉਣ ਲੱਗਾ ਤੇ ਬਚਨ ਇਹ ਆ ਗਿਆ ਕਿ ਹਰੇਕ ਵਿਅਕਤੀ ਨੂੰ ਆਪਣਾ ਧਰਮ ਵਧਾਉਣਾ ਚਾਹੀਦਾ ਹੈ। ਜਦੋਂ ਇਹ ਬਚਨ ਔਰੰਗਜ਼ੇਬ ਨੇ ਸੁਣਿਆ, ਸੁਣ ਕੇ ਵਿਚਾਰਦਾ ਹੈ ਕਿ ਦੂਸਰੇ ਧਰਮਾਂ ਦੇ ਜਿਹੜੇ ਧਾਰਮਿਕ ਪੈਗੰਬਰ ਨੇ ਉਹ ਵੀ ਇਹ ਗੱਲ ਕਹਿੰਦੇ ਨੇ ਵੀ ਆਪਣਾ ਧਰਮ ਵਧਾਉਣਾ ਚਾਹੀਦਾ। ਮੁਲਾਣਿਆਂ ਕਾਜ਼ੀਆਂ ਦੇ ਨਾਲ ਸਲਾਹ ਕੀਤੀ। ਉਹ ਪਹਿਲਾਂ ਹੀ ਇਸ ਤਾਕ ਵਿੱਚ ਬੈਠੇ ਸਨ ਵੀ ਇਹਨੂੰ ਧਰਮ ਦੀ ਸ਼ਰ੍ਹਾ 'ਤੇ ਚਲਾਈਏ, ਧਰਮ ਦਾ ਕੱਟੜ ਇਸ ਨੂੰ ਬਣਾ ਕੇ ਆਪਣੇ ਧਰਮ ਨੂੰ ਵਧਾਉਣ ਦਾ ਯਤਨ ਕਰੀਏ। ਮੌਕਾ ਮਿਲਦਿਆਂ ਹੀ ਉਹਨਾਂ ਨੇ ਕੰਨ ਭਰ ਦਿੱਤੇ, ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਸੀਂ ਤੇ ਬੜੇ ਲੰਮੇ ਸਮੇਂ ਤੋਂ ਇਹ ਚਾਹ ਰਹੇ ਹਾਂ ਵੀ ਤੁਹਾਨੂੰ ਰਾਜ ਮਿਲਿਆ, ਖੁਦਾ ਦੀ ਤੁਹਾਡੇ ਤੇ ਬੜੀ ਬਖਸ਼ਿਸ਼ ਹੋਈ ਹੈ, ਤੁਸੀਂ ਧਰਮ ਨੂੰ ਵਧਾ ਕੇ ਭਿਸਤ ਨੂੰ ਪ੍ਰਾਪਤ ਕਰੋ, ਖੁਦਾ ਦੀ ਪ੍ਰਸੰਨਤਾ ਲਓ। ਹੁਣ ਬਾਦਸ਼ਾਹ ਔਰੰਗਜ਼ੇਬ ਨੇ ਫਰਮਾਨ ਜਾਰੀ ਕਰ ਦਿੱਤਾ, ਕਹਿਣ ਲੱਗਾ ਕਿ ਜਿਹੜਾ ਵੀ ਕੋਈ ਹਿੰਦੂ ਆਪਣੀ ਮੌਜ ਦੇ ਨਾਲ, ਮਰਜ਼ੀ ਦੇ ਨਾਲ ਮੁਸਲਮਾਨ ਬਣ ਜਾਵੇ ਤੇ ਜਿਹੜਾ ਵੀ ਉਸ ਦੇ ਉੱਪਰ ਕੋਈ ਕੇਸ ਚੱਲਦਾ ਹੈ ਨਾ ਸਰਕਾਰ ਦੇ ਅਦਾਲਤ ਵਿੱਚ, ਉਹ ਕੇਸ ਉਸ ਦੇ ਪੱਖ ਵਿੱਚ ਕੀਤਾ ਜਾਏਗਾ। ਜਿਹੜਾ ਕੋਈ ਹਿੰਦੂ ਆਪਣੀ ਮਰਜ਼ੀ ਦੇ ਨਾਲ ਮੁਸਲਮਾਨ ਹੋ ਜਾਵੇ, ਉਹਨੂੰ ਸਰਕਾਰੀ ਨੌਕਰੀ ਮਿਲੇਗੀ, ਜੋ ਇਨਾਮ ਚਾਹਵੇ, ਜੋ ਵਸਤੂ ਚਾਹਵੇ, ਸਰਕਾਰੀ ਸਹੂਲਤਾਂ ਮਿਲ ਜਾਣਗੀ। ਪਰ ਜਿਹੜਾ ਸਾਡੇ ਫਰਮਾਨ ਦੀ ਨਾਫਰਮਾਨੀ ਕਰੇਗਾ, ਨਹੀਂ ਮੰਨੇਗਾ, ਉਸ 'ਤੇ ਫਿਰ ਅਸੀਂ ਜ਼ਬਰਦਸਤੀ ਵੀ ਕਰਾਂਗੇ, ਉਸ ਦੀ ਜ਼ਮੀਨ ਜਾਇਦਾਦ ਨੂੰ ਜ਼ਬਤ ਕਰ ਲਿਆ ਜਾਏਗਾ, ਉਸ ਨੂੰ ਸਜ਼ਾ ਵੀ ਦਿੱਤੀ ਜਾਏਗੀ। ਬਾਦਸ਼ਾਹ ਦਾ ਫਰਮਾਨ ਹਿੰਦੁਸਤਾਨ ਦੇ 22 ਸੂਬੇਦਾਰਾਂ ਨੂੰ, 22 ਸੂਬਿਆਂ ਦੇ ਵਿੱਚ ਇਹ ਫਰਮਾਨ ਪਹੁੰਚਾ। ਵੱਖ-ਵੱਖ ਸੂਬੇਦਾਰਾਂ ਨੇ ਯਤਨ ਕੀਤਾ ਹੈ ਕਿ ਵੱਧ ਤੋਂ ਵੱਧ ਹਿੰਦੂਆਂ ਨੂੰ ਮੁਸਲਮਾਨ ਕਰਕੇ ਤੇ ਔਰੰਗਜ਼ੇਬ ਦੀ ਪ੍ਰਸੰਨਤਾ ਲਈਏ, ਉਹਦੇ ਕੋਲੋਂ ਇਨਾਮ ਖਨਾਮ ਪ੍ਰਾਪਤ ਹੋਣਗੇ। ਗੁਰਮੁਖੋ, ਇਸੇ ਤਰ੍ਹਾਂ ਕਸ਼ਮੀਰ ਦਾ ਇੱਕ ਸੂਬੇਦਾਰ ਹੈ, ਨਾਮ ਹੈ ਸ਼ੇਰ ਅਫਗਾਨ, ਬਹੁਤ ਕੱਟੜ ਹੈ ਆਪਣੇ ਧਰਮ ਦੇ ਵਿੱਚ। ਜਦੋਂ ਇਸ ਦੇ ਕੋਲ ਔਰੰਗਜ਼ੇਬ ਦਾ ਫਰਮਾਨ ਪਹੁੰਚਾ ਨਾ ਵੀ ਹਿੰਦੂਆਂ ਨੂੰ ਮੁਸਲਮਾਨ ਬਣਾਓ, ਬੜਾ ਖੁਸ਼ ਹੋਇਆ। ਮੈਂ ਤੇ ਲੰਮੇ ਸਮੇਂ ਤੋਂ ਇਹ ਪਹਿਲਾਂ ਚਾਹੁੰਦਾ ਸੀ, ਅੱਜ ਤੇ ਬਾਦਸ਼ਾਹ ਦਾ ਹੁਕਮ ਮਿਲ ਗਿਆ। ਆਪਣੇ ਸਿਪਾਹੀਆਂ ਨੂੰ ਹੁਕਮ ਲਾਇਆ ਕਿ ਜਿਹੜੇ ਆਪਣੇ ਆਪ ਮੁਸਲਮਾਨ ਬਣਦੇ ਨੇ ਉਹਨਾਂ ਦੇ ਕੇਸ ਮਾਫ ਕੀਤੇ ਜਾਣ, ਇਨਾਮ ਦਿੱਤੇ ਜਾਣ, ਜਿਹੜੇ ਨਹੀਂ ਬਣਨਾ ਚਾਹੁੰਦੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ। ਤੇ ਗੁਰਮੁਖੋ, ਜਿਹੜੇ ਮੁਸਲਮਾਨ ਨਹੀਂ ਨਾ ਬਣਦੇ, ਮਰੇ ਹੋਏ ਜਾਨਵਰਾਂ ਦੇ ਹੱਡ ਉਹਨਾਂ ਦੇ ਖੂਹ ਦੇ ਵਿੱਚ ਸੁੱਟ ਕੇ ਆਉਣੇ ਵੀ ਮਰੇ ਹੋਏ ਜਾਨਵਰਾਂ ਦੇ ਹੱਡਾਂ ਵਾਲਾ ਪਾਣੀ ਪੀਓ, ਮਜਬੂਰ ਕਰ ਦਿੱਤਾ। ਹਿੰਦੂ ਧਰਮ ਦੇ ਵਿੱਚ ਗਾਂ ਨੂੰ ਸਤਿਕਾਰਯੋਗ ਮੰਨਿਆ ਜਾਂਦਾ, ਪੂਜਿਆ ਜਾਂਦਾ। ਗਾਂ ਦੇ ਹੱਡ ਪਾਣੀ ਵਿੱਚ ਸੁੱਟਦੇ ਨੇ, ਲਓ ਪੀਓ ਪਾਣੀ। ਲੋਕ ਪਿਆਸੇ ਮਰਨ ਲੱਗ ਪਏ, ਧਰਮ ਨੂੰ ਕਿਵੇਂ ਭ੍ਰਸ਼ਟ ਕਰੀਏ। ਤੇ ਜੇ ਕੋਈ ਬੰਦਾ ਨਾ ਦੱਸੇ ਵੀ ਮੇਰੇ ਘਰ ਵਿੱਚ ਪਸ਼ੂ ਮਰ ਗਿਆ, ਹਿੰਦੂ ਬੰਦਾ ਨਾ ਦੱਸੇ, ਤੇ ਕਾਜੀ ਦੇ ਵੱਲੋਂ ਫਰਮਾਨ ਇਹ ਸੀ ਵੀ ਉਹ ਜਿਹੜੀ ਗਾਂ ਹੈ ਉਸ ਹਿੰਦੂ ਦੇ ਘਰ ਵਿੱਚ ਹੀ ਕਤਲ ਕੀਤੀ ਜਾਵੇਗੀ, ਉਹਦਾ ਚੰਮ ਉਤਾਰਿਆ ਜਾਏਗਾ, ਤੜਫਾ ਤੜਫਾ ਕੇ ਗਊ ਉਹਦੇ ਘਰ ਵਿੱਚ ਮਾਰੀ ਜਾਏਗੀ ਔਰ ਉਸ ਹਿੰਦੂ ਨੂੰ ਡਾਢੀ ਸਜ਼ਾ ਦਿੱਤੀ ਜਾਵੇ। ਜਦੋਂ ਇਹ ਫਰਮਾਨ ਜਾਰੀ ਹੋਇਆ, ਇਸੇ ਤਰ੍ਹਾਂ ਹੀ ਹੋਣ ਲੱਗ ਪਿਆ, ਇਸੇ ਤਰ੍ਹਾਂ ਹੁੰਦਾ ਹੈ। ਤੇ ਗੁਰਮੁਖੋ, ਜਦੋਂ ਧਰਮ ਦੇ ਉੱਪਰ ਐਸੀ ਵਿਪਤਾ ਪਈ ਨਾ, ਕਈ ਮੰਦਰ ਤੋੜੇ ਗਏ, ਕਈਆਂ ਮੰਦਰਾਂ ਨੂੰ ਤੋੜ ਕੇ ਉਹਨਾਂ ਦੀਆਂ ਮਸੀਤਾਂ ਬਣਾਈਆਂ ਗਈਆਂ, ਮੰਦਰਾਂ ਨੂੰ ਤੋੜ ਕੇ ਉਹਨਾਂ ਦਾ ਚੂਨਾ ਬਣਾ ਕੇ ਮਸੀਤਾਂ ਖੜੀਆਂ ਕਰ ਦਿੱਤੀਆਂ, ਮੰਦਰ ਢਾਹ ਦਿੱਤੇ ਗਏ। ਤੇ ਇਹ ਅੱਗ ਇਕੱਲੇ ਇੱਕ ਥਾਂ ਤੇ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚ ਹੀ ਫੈਲ ਗਏ। ਤੇ ਕਸ਼ਮੀਰ ਦੇ ਵਿੱਚ ਬੜੇ ਬੜੇ ਵਿਦਵਾਨ ਪੰਡਤ ਨੇ ਆਪਸ ਵਿੱਚ ਵਿਚਾਰ ਕੀਤੀ ਵੀ ਜੇ ਚੁੱਪ ਕਰਕੇ ਬੈਠੇ ਰਹੇ ਇਹ ਤੇ ਧਰਮ ਖਤਮ ਹੋ ਜਾਏਗਾ। ਸਾਰੇ ਬ੍ਰਾਹਮਣ ਜਿਹੜੇ ਸਨ ਇਕੱਠੇ ਹੋ ਕੇ ਸ਼ੇਰ ਅਫਗਾਨ ਦੇ ਕੋਲ ਪਹੁੰਚੇ, ਜਿਹੜਾ ਕਸ਼ਮੀਰ ਦਾ ਸੂਬੇਦਾਰ ਹੈ। ਜਾ ਕੇ ਭੀਖ ਮੰਗੀ, ਕਹਿਣ ਲੱਗੇ ਸਾਡੇ ਧਰਮ ਨੂੰ ਨਾ ਬਦਲਿਆ ਜਾਵੇ, ਕਿਰਪਾ ਕੀਤੀ ਜਾਵੇ। ਪਰ ਸ਼ੇਰ ਅਫਗਾਨ ਨਾ ਮੰਨਿਆ,
ਇਹਨਾਂ ਬ੍ਰਾਹਮਣਾਂ ਨੇ 6 ਮਹੀਨੇ ਦਾ ਸਮਾਂ ਮੰਗਿਆ, ਸਾਨੂੰ 6 ਮਹੀਨੇ ਦਾ ਟਾਈਮ ਦਿੱਤਾ ਜਾਵੇ। ਤੇ ਸ਼ੇਰ ਅਫਗਾਨ ਨੇ ਪੁੱਛਿਆ ਵੀ ਕੀ ਕਰੋਗੇ 6 ਮਹੀਨੇ ਦੇ ਸਮੇਂ ਦੇ ਵਿੱਚ? ਤੇ ਬ੍ਰਾਹਮਣ ਕਹਿਣ ਲੱਗੇ ਅਸੀਂ ਆਪਣੇ ਦੇਵੀ ਦੇਵਤਿਆਂ ਨੂੰ ਧਿਆਵਾਂਗੇ, ਜੱਗ ਕਰਾਂਗੇ, ਫਰਿਆਦ ਕਰਾਂਗੇ, ਮੰਤਰ ਪੜਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਸਾਡਾ ਧਰਮ ਵੱਧ ਜਾਵੇ। ਸ਼ੇਰ ਅਫਗਾਨ ਹੱਸ ਪਿਆ ਸੁਣ ਕੇ, ਕਿਉਂਕਿ ਇਸ ਵੇਲੇ ਪਾਵਰ ਹੈ ਨਾ, ਤਾਕਤ ਹੈ, ਇਸ ਵੇਲੇ ਅਹੁਦਾ ਹੈ। ਕਹਿਣ ਲੱਗਾ ਤੁਹਾਡੇ ਭਗਵਾਨ ਦੇ ਕਈ ਮੰਦਰ ਢਾਹ ਕੇ ਅਸੀਂ ਮਸੀਤਾਂ ਬਣਾ ਦਿੱਤੀਆਂ, ਭਗਵਾਨ ਨੇ ਤੇ ਸਾਡਾ ਵਿਗਾੜਿਆ ਕੁਝ ਨਹੀਂ, ਤੁਹਾਡੇ ਮੰਤਰ ਪੜਨ ਕਰਕੇ ਕਿਵੇਂ ਉਹ ਸਾਡਾ ਕੁਝ ਵਿਗਾੜੇਗਾ? ਪਰ ਕਿਰਪਾ ਰਾਮ ਬ੍ਰਾਹਮਣ ਨੇ ਆਖਿਆ ਕੋਈ ਗੱਲ ਨਹੀਂ, ਪਰ ਸਾਨੂੰ ਇੰਨੀ ਮੋਹਲਤ ਦਿੱਤੀ ਜਾਵੇ। ਮੰਨ ਗਿਆ, 6 ਮਹੀਨੇ ਤੱਕ ਤੁਹਾਨੂੰ ਅਸੀਂ ਕੁਝ ਨਹੀਂ ਕਵਾਂਗੇ। ਜੇ 6 ਮਹੀਨੇ ਬਾਅਦ ਵੀ ਤੁਸੀਂ ਕੁਝ ਨਾ ਕਰ ਸਕੇ ਤੇ ਤੁਹਾਨੂੰ ਆਪਣੇ ਆਪ ਮੁਸਲਮਾਨ ਬਣਨਾ ਪਵੇਗਾ। ਕਿਰਪਾ ਰਾਮ ਦੇ ਸਮੇਤ ਸਾਰਿਆਂ ਨੇ ਬਚਨ ਮੰਨ ਲਿਆ, ਸਾਨੂੰ ਇਹ ਸ਼ਰਤ ਮਨਜ਼ੂਰ ਹੈ। ਵਿਦਵਾਨ ਜਨ ਕਹਿੰਦੇ ਨੇ ਕਸ਼ਮੀਰ ਦੇ ਅੰਦਰ ਇੱਕ ਗੁਫਾ ਹੈ, ਭਗਵਾਨ ਸ਼ਿਵ ਜੀ ਦਾ ਸਥਾਨ ਹੈ, ਜਿਸ ਨੂੰ ਅਮਰਨਾਥ ਗੁਫਾ ਆਖਿਆ ਜਾਂਦਾ ਹੈ। ਸਾਰੇ ਬ੍ਰਾਹਮਣ ਇਕੱਠੇ ਹੋ ਕੇ ਉੱਥੇ ਚਲੇ ਗਏ। ਓਮ ਨਮः ਸ਼ਿਵਾਏ, ਓਮ ਨਮः ਸ਼ਿਵਾਏ ਦਾ ਜਾਪ ਕਰਦੇ ਪਏ, ਹਰ ਹਰ ਮਹਾਦੇਵ ਦਾ ਜਾਪ ਕਰਦੇ ਪਏ। ਸਾਡਾ ਧਰਮ ਸੰਕਟ ਵਿੱਚ ਪੈ ਗਿਆ, ਸਾਡੇ ਤੇ ਕਿਰਪਾ ਕਰੋ। ਮੰਤਰ ਪੜਨ ਵੇਲੇ ਅਸੀਂ ਹੁਣ ਪਾਣੀ ਨਹੀਂ ਪੀਵਾਂਗੇ, ਅਸੀਂ ਹੁਣ ਅੰਨ ਵੀ ਨਹੀਂ ਖਾਵਾਂਗੇ, ਕਿਉਂਕਿ ਜੇ ਸਾਨੂੰ ਕੋਈ ਰਾਹ ਨਾ ਲੱਭਾ ਫਿਰ ਵੀ ਸਾਨੂੰ ਮੁਸਲਮਾਨ ਹੋਣਾ ਪੈਣਾ ਜਾਂ ਕਤਲ ਹੋਣਾ ਪੈਣਾ। ਧਰਮ ਨੂੰ ਭ੍ਰਸ਼ਟ ਕਰਕੇ ਕਤਲ ਹੋਈਏ ਜਾਂ ਧਰਮ ਬਦਲ ਲਈਏ, ਇਹਦੇ ਨਾਲੋਂ ਚੰਗਾ ਹੈ ਵੀ ਇੱਥੇ ਭੁੱਖੇ ਪਿਆਸੇ ਰਹਿ ਕੇ ਮਰ ਜਾਈਏ ਤੇ ਤਾਂ ਠੀਕ ਹੈ। 7 ਦਿਨ ਬੈਠੇ ਰਹੇ ਤੇ ਕੁਝ ਪੰਡਤ ਬੇਹੋਸ਼ ਹੋ ਗਏ, ਡਿੱਗ ਪਏ, ਭੁੱਖ ਤੇ ਪਿਆਸ ਨੂੰ ਨਾ ਸਹਾਰ ਸਕੇ। 7 ਦਿਨਾਂ ਬਾਅਦ ਕਹਿਣ ਲੱਗੇ ਸੰਦੇਸ਼ ਮਿਲਿਆ। ਕਿਸੇ ਨੇ ਲਿਖਿਆ ਵੀ ਆਕਾਸ਼ ਦੇ ਵਿੱਚੋਂ ਆਵਾਜ਼ ਆਈ ਵੀ ਕਲਯੁਗ ਦਾ ਸਮਾਂ ਬੜਾ ਭਿਆਨਕ ਹੈ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਘਰ ਦੀ ਸ਼ਰਨ ਵਿੱਚ ਪੈ ਜਾਓਗੇ, ਤੁਹਾਡਾ ਭਲਾ ਹੋਵੇਗਾ। ਪਰ ਕੁਝ ਵਿਦਵਾਨ ਕਹਿਣ ਲੱਗੇ ਵੀ ਉੱਥੋਂ ਇੱਕ ਚਿੱਠੀ ਪ੍ਰਾਪਤ ਹੋਈ। ਚਿੱਠੀ ਵਿੱਚ ਲਿਖਿਆ ਸੀ ਵੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਤੇ ਬਿਰਾਜੇ ਨੇ, ਉਹਨਾਂ ਦੀ ਸ਼ਰਨ ਵਿੱਚ ਚਲੇ ਜਾਓ, ਉਹ ਤੁਹਾਡੇ ਧਰਮ ਦੀ ਰੱਖਿਆ ਕਰਨਗੇ। ਰੋ ਵਿਚਾਰ ਆਪਾਂ ਕਹਿ ਲਈਏ ਵੀ ਸੰਦੇਸ਼ ਮਿਲਿਆ, ਸੁਣਿਆ ਮਿਲ ਗਿਆ, ਭਾਵੇਂ ਚਿੱਠੀ ਕਹਿ ਲਈਏ, ਭਾਵੇਂ ਆਕਾਸ਼ਵਾਣੀ ਕਹਿ ਲਈਏ, ਸਾਰੇ ਪੰਡਤ ਇਕੱਠੇ ਹੋ ਕੇ 14,000 ਦੀ ਗਿਣਤੀ ਹੈ, ਕਸ਼ਮੀਰ ਤੋਂ ਚੱਲੇ, ਪਿੰਡਾਂ ਦੇ ਵਿੱਚੋਂ ਪੁੱਛਦਿਆਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ 1,57,000 ਰੁਪਈਆ ਦੇ ਕੇ 5 ਵਰਗ ਮੀਲ ਇਸ ਧਰਤੀ ਨੂੰ ਖਰੀਦਿਆ ਸੀ, ਜਿੱਥੇ ਅਨੰਦਪੁਰ ਸਾਹਿਬ ਵਸਿਆ ਹੋਇਆ ਨਾ। ਮਹਾਰਾਜ ਨੇ ਕਿਸੇ ਕੋਲੋਂ ਫ੍ਰੀ ਨਹੀਂ ਲਿਆ ਜਾਂ ਕਿਸੇ ਨੇ ਦਾਨ ਨਹੀਂ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ 1,57,000 ਰੁਪਈਆ ਉਹਨਾਂ ਸਮਿਆਂ ਵਿੱਚ ਦੇ ਕੇ ਸਾਰੀ ਧਰਤੀ ਖਰੀਦ ਕੇ ਅਨੰਦਪੁਰ ਸਾਹਿਬ ਵਸਾਇਆ। ਸੰਗਤਾਂ ਬੈਠੀਆਂ ਹੋਈਆਂ ਤੇ ਪੰਡਤ ਜਿਹੜੇ ਨੇ ਚਿਹਰੇ ਇਹਨਾਂ ਦੇ ਉਦਾਸ ਨੇ, ਕੱਪੜੇ ਮੈਲੇ ਕੁਚੈਲੇ, ਮੂੰਹ ਦੇ ਵਿੱਚ ਘਾਹ ਦੇ ਡੱਕੇ ਲੈ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚੇ। ਗੁਰਮੁਖੋ ਉਸ ਵੇਲੇ ਮੁਗਲ ਸਲਤਨਤ ਹੈ, ਜਿਹੜੇ ਮੁਗਲ ਰਾਜ ਹੈ, ਉਹਨਾਂ ਦਾ ਫਰਮਾਨ ਹੈ ਵੀ ਤੁਸੀਂ ਸਾਡੇ ਸਾਹਮਣੇ ਮੂੰਹ ਨਹੀਂ ਖੋਲ੍ਹ ਸਕਦੇ, ਮੂੰਹ ਦੇ ਵਿੱਚ ਡੱਕਾ ਪਾ ਕੇ ਗੂੰਗੇ ਬਣ ਕੇ ਆਓ। ਜੇ ਅਸੀਂ ਕਵਾਂਗੇ ਤੇ ਤਾਂ ਬੋਲਣਾ, ਨਹੀਂ ਕਵਾਂਗੇ ਤੇ ਬੋਲ ਨਹੀਂ ਸਕਦੇ। ਗੂੰਗੇ ਹੋਣ ਦੀ ਨਿਸ਼ਾਨੀ ਜਾਂ ਕਹਿ ਲਈਏ ਗੁਲਾਮ ਹੋਣ ਦੀ ਨਿਸ਼ਾਨੀ। ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚੇ, ਬੇਅੰਤ ਸੰਗਤਾਂ ਬੈਠੀਆਂ ਹੋਈਆਂ। ਮਹਾਰਾਜ ਨੇ ਕਾਰਨ ਪੁੱਛਿਆ। ਉਸ ਵੇਲੇ ਸਾਰਿਆਂ ਨੇ ਰੋ ਕੇ ਹਾਲ ਦੁਹਾਈ ਦਿੱਤੀ, ਮਹਾਰਾਜ ਔਰੰਗਜ਼ੇਬ ਦਾ ਫਰਮਾਨ ਹੋ ਗਿਆ ਸਾਰੇ ਹਿੰਦੂ ਮੁਸਲਮਾਨ ਬਣਾਏ ਜਾਣ, ਤੇ ਸਤਿਗੁਰੂ ਪਾਤਸ਼ਾਹ ਜੀ ਉਹਦੇ ਫਰਮਾਨ ਕਰਕੇ ਪੂਰੇ ਹਿੰਦੁਸਤਾਨ ਦੇ ਵਿੱਚੋਂ 1.25 ਮਣ ਜਨੇਊ ਰੋਜ਼ ਉਤਰਦਾ ਹੈ। ਤੇ ਗੁਰਮੁਖੋ ਜਨੇਊ ਕੀ ਹੈ? ਇੱਕ ਸੂਤ ਦਾ ਧਾਗਾ ਹੈ। ਵਿਦਵਾਨ ਕਹਿੰਦੇ ਨੇ ਅੱਧੇ ਤੋਲੇ ਤੋਂ ਵੀ ਘੱਟ ਭਾਰ ਹੈ ਜਨੇਊ ਦਾ। ਪਰ 1.25 ਮਣ ਜਨੇਊ ਲੈਣਾ ਸਰੀਰਾਂ ਦੇ ਉੱਪਰ ਦੀ, ਕਿੰਨੇ ਸਰੀਰ ਕਤਲ ਹੁੰਦੇ ਹੋਣਗੇ ਤੇ ਕਿੰਨੇ ਲੋਕ ਇਸਲਾਮ ਨੂੰ ਮੰਨ ਲੈਂਦੇ ਹੋਣਗੇ। ਮਹਾਰਾਜ ਜੇ ਰੋਜ਼ ਇੰਨੇ ਲੋਕ ਮਰਦੇ ਰਹੇ ਜਾਂ ਧਰਮ ਬਦਲਦੇ ਰਹੇ ਤੇ ਇੱਕ ਦਿਨ ਸਮਾਂ ਆ ਜਾਣਾ ਹੈ, ਧਰਮ ਖਤਮ ਹੋ ਜਾਏਗਾ। ਇਸ ਵੇਲੇ ਤੁਹਾਡੇ ਬਿਨਾਂ ਸਾਡਾ ਕੋਈ ਆਸਰਾ ਨਹੀਂ ਹੈ, ਕਿਰਪਾ ਕਰੋ ਸਾਡੇ ਉੱਪਰ, ਸਾਡੇ ਧਰਮ ਦੀ ਰੱਖਿਆ ਕਰੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਸੁਣਿਆ। ਸੰਗਤਾਂ ਚੁੱਪ ਕਰਕੇ ਬੈਠੀਆਂ ਹੋਈਆਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਸੁਣਦੇ ਪਏ ਇਹ ਬਚਨ। ਇਤਿਹਾਸਕਾਰ ਕਹਿੰਦੇ ਇੰਨੇ ਚਿਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਹੈ, ਬਾਹਰ ਆਪਣੇ ਹਾਣੀਆਂ ਦੇ ਨਾਲ ਖੇਡਦੇ ਪਏ। ਖੇਡਦੇ ਖੇਡਦੇ ਬਾਹਰੋਂ ਦੌੜ ਕੇ ਆਏ, ਆਪਣੇ ਪਿਤਾ ਸਤਿਗੁਰੂ ਦੀ ਝੋਲੀ ਵਿੱਚ ਆ ਕੇ ਬੈਠ ਗਏ। ਵੇਖਿਆ ਦੀਵਾਨ ਵਿੱਚ ਬੜਾ ਸਨਾਟਾ ਹੈ, ਸਾਰੇ ਚੁੱਪ ਕਰਕੇ ਬੈਠੇ ਤੇ ਪੰਡਤ ਵਿਚਾਰੇ ਆਪਣੇ ਨੇਤਰ ਜਿਹੜੇ ਹੰਝੂਆਂ ਨਾਲ ਭਰ ਕੇ ਹੌਕੇ ਲੈਂਦੇ ਪਏ, ਬੜੇ ਉਦਾਸ ਨੇ। ਪਿਤਾ ਸਤਿਗੁਰੂ ਨੂੰ ਪੁੱਛਿਆ, ਮਹਾਰਾਜ ਕੀ ਕਾਰਨ ਹੈ? ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਪੁੱਤਰ ਇਹ ਬੱਚਿਆਂ ਵਾਲੀਆਂ ਗੱਲਾਂ ਨਹੀਂ, ਇਹ ਸਿਆਣਿਆਂ ਵਾਲੀਆਂ ਗੱਲਾਂ ਨੇ। ਕੋਈ ਵੱਡੀ ਵਿਚਾਰ ਹੋ ਰਹੀ ਹੈ, ਤੁਸੀਂ ਇਸ ਗੱਲ ਦਾ ਜ਼ਿਕਰ ਨਾ ਕਰੋ, ਤੁਸੀਂ ਇਸ ਪਾਸੇ ਕੋਈ ਬਚਨ ਬਲਾਸ ਨਾ ਕਰੋ ਤੇ ਠੀਕ ਹੈ। ਬਚਨ ਸੁਣ ਕੇ ਗੋਬਿੰਦ ਰਾਏ ਕਹਿਣ ਲੱਗੇ, ਨਹੀਂ ਪਿਤਾ ਜੀ ਦੱਸੋ ਕਾਰਨ ਕੀ ਹੈ? ਤੇ ਸਤਿਗੁਰੂ ਕਹਿਣ ਲੱਗੇ, ਕਾਰਨ ਇਹ ਹੈ ਔਰੰਗਜ਼ੇਬ ਸਰਕਾਰ ਇਹਨਾਂ ਦਾ ਧਰਮ ਖਤਮ ਕਰਨਾ ਚਾਹੁੰਦੀ ਹੈ। ਇਹ ਸਾਡੇ ਕੋਲ ਆਏ ਨੇ ਵੀ ਧਰਮ ਨੂੰ ਬਚਾਇਆ ਜਾਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਸਤਿਗੁਰੂ ਫਿਰ ਕੀ ਹੋ ਸਕਦਾ ਹੈ, ਧਰਮ ਕਿਵੇਂ ਬਚੇਗਾ? ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਕੋਈ ਜਪੀ ਤਪੀ ਸਿਮਰਨ ਭਜਨ ਕਰਨ ਵਾਲਾ, ਕੋਈ ਤਿਆਗੀ, ਕੋਈ ਵਿਰਾਗੀ, ਕੋਈ ਮਹਾਂਪੁਰਖ, ਕੋਈ ਚੜ੍ਹਦੀ ਕਲਾ ਵਾਲਾ, ਜਿਸ ਨੇ ਪਰਮੇਸ਼ਰ ਨੂੰ ਹਰ ਵੇਲੇ ਹਾਜ਼ਰ ਨਾਜ਼ਰ ਆਪਣੇ ਹਿਰਦੇ ਵਿੱਚ ਪਾਇਆ ਹੋਵੇ, ਇਹੋ ਜਿਹਾ ਮਹਾਂਪੁਰਖ ਕੋਈ ਪੁੱਤਰ ਜੀ ਬਲੀ ਦੇਵੇ, ਇਹਨਾਂ ਦਾ ਧਰਮ ਤਾਂ ਬਚ ਸਕਦਾ ਹੈ। ਤੇ ਬਚਨ ਸੁਣਦਿਆਂ ਸਾਰੀ ਗੋਬਿੰਦ ਰਾਏ ਜੀਆਂ ਦੇ ਮੁਖੋਂ ਬਚਨ ਨਿਕਲ ਗਿਆ। ਕਹਿਣ ਲੱਗੇ, ਪਿਤਾ ਸਤਿਗੁਰੂ ਜੀ ਤੁਹਾਡੇ ਤੋਂ ਬਿਨਾਂ ਫਿਰ ਐਸਾ ਸਾਧੂ ਕੌਣ ਹੋ ਸਕਦਾ ਹੈ? ਆਪ ਜੀ ਬਲੀਦਾਨ ਦੇ ਕੇ ਇਹਨਾਂ ਦੇ ਧਰਮ ਦੀ ਰੱਖਿਆ ਕਰੋ, ਧਰਮ ਨੂੰ ਬਚਾਓ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਨੇ ਬਚਨ ਸੁਣੇ। ਮਹਾਰਾਜ ਕਹਿਣ ਲੱਗੇ, ਪੁੱਤਰ ਜੀ ਬਚਨ ਤੁਸੀਂ ਬੜਾ ਵੱਡਾ ਕਿਹਾ ਹੈ। ਸਾਰੀ ਸੰਗਤ ਹੈਰਾਨ ਹੋ ਗਈ, ਸਾਰੇ ਵੇਖਣ ਲੱਗ ਪਏ ਵੀ ਇੱਕ 9 ਸਾਲ ਦਾ ਬੱਚਾ ਇੰਨੀ ਵੱਡੀ ਗੱਲ ਕਰਦਾ। ਬਲੀਦਾਨ ਤੇ ਦੇ ਦੇਵਾਂਗੇ, ਬੜਾ ਸੰਕਟ ਦਾ ਸਮਾਂ ਬਣ ਸਕਦਾ ਤੁਹਾਡੇ ਉੱਪਰ, ਸਿੱਖਾਂ ਦੇ ਉੱਪਰ। ਤੇ ਉਸ ਵੇਲੇ ਗੋਬਿੰਦ ਰਾਏ ਜੀ ਕਹਿਣ ਲੱਗੇ, ਮਹਾਰਾਜ ਮੈਂ ਬਚਪਨ ਤੋਂ ਦੇਖਦਾ ਹਾਂ, ਬਾਹਰੋਂ ਜਦੋਂ ਕੋਈ ਤੁਹਾਡੇ ਦਰਬਾਰ ਵਿੱਚ ਆਉਂਦਾ, ਕੋਈ ਉਦਾਸ ਹੁੰਦਾ ਹੈ, ਕੋਈ ਰੋਂਦਾ ਹੈ, ਕੋਈ ਦੁਖੀ ਹੁੰਦਾ, ਤੁਹਾਡੇ ਦਰਬਾਰ ਵਿੱਚ ਉਦਾਸ ਹੋ ਕੇ ਤੇ ਦੁਖੀ ਹੋ ਕੇ ਤੇ ਰੋਂਦੇ ਹੋਏ ਲੋਕ ਆਉਂਦੇ ਵੇਖੇ ਜਾਂਦੇ। ਪਰ ਜਦੋਂ ਤੁਹਾਡੇ ਦਰਬਾਰ ਵਿੱਚੋਂ ਕੋਈ ਮੱਥਾ ਟੇਕ ਕੇ ਬਾਹਰ ਨਿਕਲਦਾ ਹੈ, ਮੈਂ ਕਿਸੇ ਨੂੰ ਰੋਂਦੇ ਜਾਂਦੇ ਨਹੀਂ ਵੇਖਿਆ, ਜਿਹਨੂੰ ਵੇਖਿਆ ਖੁਸ਼ ਹੁੰਦਾ ਜਾਂਦਾ ਵੇਖਿਆ। ਅੱਜ ਇਹ ਪੰਡਤ ਤੁਹਾਡੇ ਦਰਬਾਰ ਵਿੱਚ ਰੋਂਦੇ ਆਏ ਨੇ, ਜੇ ਤੁਸੀਂ ਅੱਜ ਇਹਨਾਂ ਦੀ ਬਾਂਹ ਨਾ ਫੜੀ ਤੇ ਮਹਾਰਾਜ ਕੀ ਇਹ ਰੋਂਦੇ ਹੋਏ ਵਾਪਸ ਜਾਣਗੇ? ਬਚਨ ਬੜਾ ਭਾਰੀ ਹੈ ਸਤਿਗੁਰੂ ਪਾਤਸ਼ਾਹ ਜੀਆਂ ਦਾ। ਮਹਾਰਾਜ ਜਿਵੇਂ ਦੂਜਿਆਂ ਦੇ ਦੁੱਖ ਦੂਰ ਕਰਦੇ ਹੋ, ਤੇਗ ਬਹਾਦਰ ਸਿਮਰਿਆ ਘਰ ਨੌਨ ਦੇ ਆਵੈ ਧਾਏ ਸਭ ਥਾਈ। ਇਹ 10ਵੇਂ ਪਾਤਸ਼ਾਹ ਨੇ ਆਪ ਲਿਖਿਆ ਆਪਣੇ ਪਿਤਾ ਦੇ ਬਾਬਤ ਬਚਨ। ਸਤਿਗੁਰੂ ਇਹਨਾਂ ਨੂੰ ਵੀ ਪ੍ਰਸੰਨ ਕਰੋ, ਇਹਨਾਂ ਦੀ ਬਾਂਹ ਫੜ ਲਓ। ਸਤਿਗੁਰੂ ਟੋਹਣਾ ਚਾਹੁੰਦੇ ਨੇ, ਪੁੱਤਰ ਨੂੰ ਪਰਖਣਾ ਚਾਹੁੰਦੇ, ਕਿੰਨਾ ਕੁ ਦਲੇਰ ਹੈ, ਕਿੰਨਾ ਕੁ ਹਿੰਮਤੀ ਹੈ, ਕਿੰਨਾ ਕੁ ਸਾਹਸ ਹੈ। ਦੂਜਾ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਫਿਰ ਆਖਿਆ, ਕਹਿਣ ਲੱਗੇ, ਪੁੱਤਰ ਸਾਨੂੰ ਬਲੀਦਾਨ ਦੇਣ ਦਾ ਤੇ ਬਚਨ ਕਹਿ ਰਹੇ ਹਾਂ ਵੀ ਜਾ ਕੇ ਬਲੀਦਾਨ ਦਿਓ, ਪਰ ਇਹਦਾ ਮਤਲਬ ਕੀ ਹੈ? ਜੇ ਅਸੀਂ ਬਲੀਦਾਨ ਦਿੱਤਾ, ਸ਼ਹਾਦਤ ਦੇ ਦਿੱਤੀ, ਤੁਸੀਂ ਪਿਤਾ ਤੋਂ ਵਾਂਝੇ ਹੋ ਜਾਓਗੇ, ਕਹਿ ਲਈਏ ਯਤੀਮ ਹੋ ਜਾਓਗੇ, ਤੁਹਾਡੇ ਸਿਰ ਦੇ ਉੱਪਰ ਪਿਤਾ ਦਾ ਸਾਇਆ ਨਹੀਂ ਰਹਿਣਾ। ਜੇ ਅਸੀਂ ਬਲੀਦਾਨ ਦੇ ਦਿੱਤਾ, ਤੁਹਾਡੀ ਮਾਤਾ ਜੋ ਹੈ ਉਹ ਵੀ ਵਿਧਵਾ ਹੋ ਜਾਏਗੀ, ਲੋਕ ਵਿਧਵਾ ਕਿਆ ਕਰਨਗੇ, ਉਹਦੇ ਸਿਰ ਤੇ ਪਤੀ ਦਾ ਸਾਇਆ ਨਹੀਂ ਰਹਿਣਾ। ਬਚਨ ਤੇ ਕਰਦੇ ਪਇਓ, ਪਰ ਵੇਖੋ ਇਹਦਾ ਅੰਜਾਮ ਕੀ ਹੋਵੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪਿਤਾ ਜੀ ਜੇ ਇੱਕ ਮੇਰੇ ਇਕੱਲੇ ਦੇ ਅਨਾਥ ਹੋਣ ਕਰਕੇ ਕਈਆਂ ਬੱਚਿਆਂ ਦੇ ਬਾਪ ਬਚ ਜਾਣ ਤੇ ਫਿਰ ਮਹਾਰਾਜ ਇਹ ਸੌਦਾ ਮਾੜਾ ਨਹੀਂ ਹੈ। ਆਪ ਜੀ ਕਈਆਂ ਦੇ ਪਿਤਾ ਨੂੰ ਬਚਾਓ ਨਾ ਸ਼ਹੀਦੀ ਦੇ ਕੇ। ਮਹਾਰਾਜ ਜੇ ਤੁਹਾਡੇ ਬਲੀਦਾਨ ਦੇਣ ਕਰਕੇ ਮੇਰੀ ਮਾਤਾ ਵਿਧਵਾ ਹੋ ਜਾਏਗੀ, ਪਰ ਕਈ ਬੀਬੀਆਂ ਉਹਨਾਂ ਦੇ ਸੁਹਾਗ ਬਚ ਜਾਣਗੇ, ਤੇ ਮਹਾਰਾਜ ਫਿਰ ਇਸ ਕਰਮ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਸਤਿਗੁਰੂ ਜੀ ਆਪਣੇ ਪੁੱਤਰ ਦੀ ਦਲੇਰੀ ਵਾਲੇ ਬਚਨ ਸੁਣ ਕੇ ਬੜੇ ਖੁਸ਼ ਹੋਏ।
महाराज ने ब्राह्मणों नूं आख्या, कहन लगे जाओ औरंगजेब नूं सुनेहा ला दिओ, जे गुरु तेग बहादुर महाराज जी मुसलमान बन जान असीं अपने आप ही मुसलमान बनांगे। जे गुरु तेग बहादुर पातशाह नूं मुसलमान ना बना सके फिर असीं सानू मुसलमान बनन ते मजबूर ना किया जाए। सतगुरां दा बचन सुनदियां सार पंडित खुश हो गया, सतगुरु साडे धर्म की रखिया करनगे। उस वेले गुरमुखों ऐहदनामा लिखिया गया ते पंजाब दा सूबेदार है, नाम है जालम खान, पंजाब दा सूबेदार, ऐहदनामा लिख के उहनूं दिता गया, साडे वल्लों ये फरियाद औरंगजेब तक पहुँचाई जाए, जे गुरु तेग बहादुर पातशाह मुसलमान बन जाण ते असीं अपने आप ही बनांगे। जालम खान पंजाब के सूबेदार ने बड़ी छेती वो चिट्ठी जिहड़ी सी औरंगजेब तक भेज दिती, बादशाह सलामत, गुरु तेग बहादुर सिखां दे गुरु ने मुसलमान बनाओ, सारे मुसलमान बनने वास्ते तैयार। चिट्ठी पढ़ के औरंगजेब ते उहदे मंत्री काजी मुलाने बड़े खुश होए, किथे हिंदुस्तान सारा बनाउणा पैना, किथे एक गुरु दे बनाया सारियां ने बन जाना। बादशाह ने उस वेले अपने ऐधिए भेजे गुरु तेग बहादुर पातशाह नूं लैण वास्ते। ते गुरमुखो जिहड़े ऐधिए सन बादशाह दा फरमान लैके आउंदे, उन्हां दा सन्मान बड़ा सी। उस वेले उन्हां ने पलंगे ते बैठ जाना, उन्हां दा पलंगा पिंड दे नंबरदार चुकदे, जिहड़ा पिंड दा नंबरदार हुंदा ना उन्हें पलंगा अपने मोढियां ते चुकना, ऐधिए नूं उपर बिठा के नाले ते अपने घर दे विच रख के उस ऐधिए दी सेवा करनी, जो वो मंगे उहनूं खाण वास्ते देना। ਉਹਦਾ पलंगा चुक के दूजे पिंड छड्ड के आउणा ते दूजे पिंड दे नंबरदार ने फिर मोढा देना पलंगे दे थल्ले ते उस ऐधीए नूं चुक के तीजे पिंड छड्ड के आउणा। लोकां दे सिरां दे उपर राज करदे सन जिहड़े बादशाह दे फरमान लैके जाया करदे। ऐधीए चलदियां चलदियां आनंदपुर साहिब दी धरती ते पहुँच गए। गुरु तेग बहादुर पातशाह नूं मिलण वास्ते सिखां ने इन्हां नूं अगों जी आया आख्या, बिठाया गया। गुरु तेग बहादुर पातशाह नूं बेनती की, महाराज औरंगजेब दे बंदे तुहानूं मिलना चाहुंदे। दरबार दे विच पेश होए, सतगुरां ने ऐधियां दा सुनेहा सुन के आख्या, कहन लगे असीं बादशाह दे नां गुलाम आ, ना असीं कोई अपराध कीता भी सानूं हुणे जाण वास्ते मजबूर किया जावे। जे असीं मर्जी दे नाल हां कीती है ते मर्जी दे नाल ही आवांगे। बादशाह नूं कह दिओ बेफिक्र हो जावे, सानूं फड़न दी लोड़ नहीं है, असीं अपने आप ही आ जावांगे। ऐधीए मुड़ गए। धन गुरु तेग बहादुर महाराज साहब जियां ने संगतां सिखां नूं आख्या, भाई हुण असीं दिल्ली नूं जाना है। सतगुरु पातशाह महाराज साहब जियां दा जाना सुन के संगतां विच बड़ा वैराग है कि कोई ना कोई डाढा भाना वापरन वाला है, क्योंकि उस तो पहलां गुरु हरकृष्ण महाराज साहब भी दिल्ली विखे अपना 5 भौतिक शरीर त्याग गए। हुण गुरु तेग बहादुर पातशाह चले। सतगुरां ने सारियां नूं भाना मनण दा हुक्म दे के जदों चलण लगे तो बाल गोबिंद राय नूं महाराज कहन लगे, कहंदे पुत्र जे तेरे सामने साडा कटिया होया सीस भी आ जावे तो तेरियां अखां विच पानी नहीं आउणा चाहिदा। तेरी जो माता है, साडी जो पत्नी है, हो सकदा साडे सीस वल वेख के उहदियां अखां भर जाण, ਉਹਦਾ मन वैराग विच आ जावे। अपनी माता वल वेख के ते साडा कटिया होया सीस वेख के तेरे नेत्रां विच जल नहीं आउणा चाहिदा। असीं तेरे करके कुर्बानी देण चले आ। इस कुर्बानी नूं इस तरह ना हो जावे भी तेरे नेत्र भर जाण ते लोक आखण भी सतगुरां दा पुत्तर इस वेले रोंदा पिया है। दूजा बचन आख्या, कहन लगे पुत्र साडी माता जो नानकी है, जो तेरे दादी जी ने, हो सकदा साडा शहीदी का समा सुन के शहीदी वेख के हो सकता माँ के नेत्रां विच भी हंझू आ जाण भी मेरा पुत्र चढ़ाई कर गया। अपनी दादी वल वेख के तेरियां अखां विच हंझू नहीं आउणे चाहिए। चढ़दी कला विच रहना। दुनिया ये ना सोचे कि गुरु तेग बहादुर पातशाह की शहीदी सुन के पुत्र कमज़ोर पै गया। जदों गुरु तेग बहादुर महाराज जियां ने बचन आखे ना ते विद्वान कहिंदे ने सतगुरु गोबिंद सिंह महाराज मन ही मन सोचते पे सन, पिता सतगुरु जी अज मैं पुत्र हाँ ते तुहानूं शहीदी वास्ते शहादत वास्ते भेजदा पिया हाँ। जदों तुहाडा कटिया होया सीस मेरे कोल आवेगा, मैं उस वेले भी अपने नेत्रां विच हंझू नहीं लैके आवांगा। जे किते समा बन गया मैनू अपने पुत्रां दे
ਸ਼ਹੀਦ ਸਰੀਰ ਵੇਖਣੇ ਪਏ, ਮੈਂ ਉਸ ਵੇਲੇ ਵੀ ਹੰਝੂ ਅੱਖਾਂ ਵਿੱਚ ਨਹੀਂ ਆਉਣ ਦੇਵਾਂਗਾ। ਜੇ ਮੈਨੂੰ ਆਪਣੇ ਪੁੱਤਰਾਂ ਦੇ ਵੀ ਸਰੀਰ ਵੇਖਣੇ ਪਏ ਨਾ ਕਿਤੇ ਸਮਾਂ ਆਉਣ ਤੇ ਮਨ ਵਿੱਚ ਸੋਚਦੇ ਪਏ, ਆਪਣੇ ਪੁੱਤਰਾਂ ਦੀ ਸ਼ਹੀਦੀ ਵੇਖ ਕੇ ਉਹਨਾਂ ਦੇ ਤਨ ਜੰਗ ਮੈਦਾਨ ਚਮਕੌਰ ਦੀ ਗੜੀ ਦੇ ਬਾਰ-ਬਾਰ ਵੱਡੇ ਕੱਟੇ ਸਰੀਰ ਵੇਖ ਕੇ ਵੀ ਮੇਰਾ ਮਨ ਨਹੀਂ ਡੋਲੇਗਾ, ਮੇਰੇ ਨੇਤਰਾਂ ਵਿੱਚ ਇੱਕ ਹੰਝੂ ਦੀ ਬੂੰਦ ਨਹੀਂ ਆਵੇਗੀ। ਸਤਿਗੁਰੂ ਗੁਰਮੁਖੋ ਚੱਲ ਪਏ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕੁਝ ਸੇਵਕ ਮਹਾਰਾਜ ਜੀਆਂ ਨੇ 10 ਕੁ ਦੀ ਗਿਣਤੀ ਲਿਖੀ ਹੈ ਵੀ ਮਹਾਰਾਜ ਨਾਲ ਲੈ ਕੇ ਚੱਲੇ। ਸਤਿਗੁਰੂ ਜੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ ਆਪਣੇ ਭਰਾ ਸੂਰਜਮਲ ਉਹਨਾਂ ਦੇ ਪਰਿਵਾਰ ਨੂੰ ਮਿਲੇ। ਦੱਸਿਆ ਸਾਰਾ ਬਚਨ ਵੀ ਅਸੀਂ ਇਸ ਕਾਰਜ ਵਾਸਤੇ ਜਾ ਰਹੇ ਹਾਂ। ਅੱਗੇ ਭਰਤਗੜ੍ਹ ਆ ਜਾਂਦਾ, ਰੋਪੜ ਆ ਜਾਂਦਾ। ਇਸ ਤਰ੍ਹਾਂ ਮਹਾਰਾਜ ਨਗਰਾਂ ਦੇ ਵਿੱਚੋਂ ਦੀ ਹੁੰਦੇ ਹੋਏ ਦੀਵਾਨ ਸਜਾਉਂਦੇ, ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਈਆਂ ਨੂੰ ਨਜ਼ਰੋ ਨਜ਼ਰੀ ਨਿਹਾਲ ਕੀਤਾ। ਪਟਿਆਲੇ ਦੀ ਧਰਤੀ ਤੇ ਮਹਾਰਾਜ ਨੇ ਚਰਨ ਪਾਏ। ਇੱਥੇ ਮਹਾਰਾਜ ਜੀਆਂ ਨੇ ਕਈ ਕੌਤਕ ਵਰਤਾਏ। ਇਤਿਹਾਸ ਪ੍ਰਸੰਗ ਬੜਾ ਲੰਬੇਰਾ ਹੈ। ਮਹਾਰਾਜ ਕਈਆਂ ਨੂੰ ਮਿਲੇ, ਕਈਆਂ ਨੂੰ ਕਿਰਤਾਰਥ ਕੀਤਾ, ਕਈਆਂ ਨੂੰ ਉਪਦੇਸ਼ ਦੇ ਕੇ ਸਿੱਖੀ ਦੇ ਲੜ ਲਾਇਆ। ਜਾਂਦਿਆਂ ਜਾਂਦਿਆਂ ਮਹਾਰਾਜ ਨੂੰ ਰਸਤੇ ਵਿੱਚ ਕਈ ਦਿਨ ਲੱਗ ਗਏ, ਕਾਫੀ ਸਮਾਂ ਲੱਗ ਗਿਆ। ਔਰੰਗਜ਼ੇਬ ਦਾ ਦੂਜਾ ਸੁਨੇਹਾ ਫਿਰ ਆ ਗਿਆ ਅਨੰਦਪੁਰ ਸਾਹਿਬ ਦੀ ਧਰਤੀ ਤੇ। ਸਤਿਗੁਰੂ ਲੰਮਾ ਸਮਾਂ ਹੋ ਗਿਆ, ਤੁਸੀਂ ਪਹੁੰਚੇ ਨਹੀਂ ਹਾਲੇ ਤੱਕ। ਤੇ ਜਦੋਂ ਉਹ ਐਦੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਤੇ ਸਤਿਗੁਰੂ ਪਾਤਸ਼ਾਹ ਇੱਥੇ ਨਹੀਂ ਹਨ। ਐਦੀਆਂ ਨੇ ਜਾ ਕੇ ਦੱਸਿਆ ਵੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਤੇ ਚੱਲ ਪਏ ਪਰ ਦਿੱਲੀ ਨਹੀਂ ਪਹੁੰਚੇ। ਸਮੇਂ ਦੀ ਸਰਕਾਰ ਨੇ ਐਲਾਨ ਕਰ ਦਿੱਤਾ, ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ 10 ਪਾਵੇ ਅਸੀਂ 1000 ਰੁਪਈਆ ਉਸ ਨੂੰ ਇਨਾਮ ਦੇਵਾਂਗੇ। ਬੜਾ ਵੱਡਾ ਇਨਾਮ ਉਹਨਾਂ ਸਮਿਆਂ ਵਿੱਚ ਰੱਖਿਆ ਗਿਆ। ਇਹ ਇਨਾਮ ਉਸ ਨੂੰ ਮਿਲੇਗਾ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਦੀ 10 ਪਾਵੇਗਾ। ਤੇ ਬਾਦਸ਼ਾਹ ਦਾ ਢੰਡੋਰਾ ਪੂਰੇ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਫੈਲ ਗਿਆ। ਆਗਰੇ ਦੇ ਵਿੱਚ ਇੱਕ ਵਿਅਕਤੀ ਰਹਿੰਦਾ, ਭੇਡਾਂ ਬੱਕਰੀਆਂ ਚਾਰਦਾ, ਬੜਾ ਗਰੀਬ ਹੈ ਅਤੇ ਹਸਨ ਅਲੀ ਇਹਦਾ ਨਾਮ ਹੈ। ਜਦੋਂ ਇਸ ਨੂੰ ਸੁਨੇਹਾ ਮਿਲਿਆ ਨਾ, ਕਿਸੇ ਚੌਂਕੀਦਾਰ ਨੇ ਢੰਡੋਰਾ ਸੁਣਾਇਆ ਵੀ ਜਿਹੜਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਫੜਾਵੇ 1000 ਰੁਪਈਆ ਸਰਕਾਰ ਕੋਲੋਂ ਇਨਾਮ ਲਵੇ। ਮਨ ਵਿੱਚ ਅਰਦਾਸਾਂ ਕਰਨ ਲੱਗ ਪਿਆ, ਜੇ ਗੁਰੂ ਮੇਰੇ ਕੋਲ ਕਿਤੇ ਆ ਜਾਵੇ ਤੇ ਮੈਂ ਫੜਾਵਾਂ, 1000 ਰੁਪਈਆ ਮੈਂ ਲਵਾਂ, ਮੈਂ ਆਪਣੀ ਧੀ ਦਾ ਵਿਆਹ ਕਰ ਲਵਾਂ, ਮੇਰੀ ਗਰੀਬੀ ਖਤਮ ਹੋ ਜਾਵੇ। ਅਰਦਾਸਾਂ ਕਰਦਾ, ਐ ਖੁਦਾ ਇਹ ਘੜੀ ਇਹ ਸਮਾਂ ਮੈਨੂੰ ਮਿਲੇ, ਮੇਰੀਆਂ ਤਕਲੀਫਾਂ ਤੇ ਮੇਰੇ ਦੁੱਖ ਦੂਰ ਹੋ ਜਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਸਤਿਗੁਰੂ ਜਾਣਦੇ ਮਨ ਦੀ ਗੱਲ। ਇੱਕ ਬਜ਼ੁਰਗ ਮਾਤਾ ਆਗਰੇ ਵਿੱਚ ਬੈਠੀ ਹੈ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਸਿੱਖੀ ਨੂੰ ਧਾਰਨ ਕਰਕੇ ਤੇ ਬੜੀ ਬਜ਼ੁਰਗ ਹੋ ਗਈ ਹੈ। ਇਹਦੀ ਮਨ ਦੀ ਭਾਵਨਾ ਵੀ ਹੈ ਵੀ ਮੈਂ ਚੱਲ ਕੇ ਨਹੀਂ ਜਾ ਸਕਦੀ, ਜੇ ਕਿਤੇ ਸਤਿਗੁਰੂ ਮੇਰੇ ਇਲਾਕੇ ਵਿੱਚ ਆ ਜਾਣ ਤੇ ਮੈਂ ਦਰਸ਼ਨ ਕਰ ਲਵਾਂ। ਸਤਿਗੁਰੂ ਇਹਨਾਂ ਦੀ ਭਾਵਨਾ ਪੂਰੀ ਕਰਦਿਆਂ ਹੋਇਆਂ ਆਗਰੇ ਦੇ ਬਾਹਰ ਇੱਕ ਬਾਗ ਵਿੱਚ ਮਹਾਰਾਜ ਜਾ ਕੇ ਬੈਠ ਗਏ। ਇੱਥੇ ਉਹ ਬੱਕਰੀਆਂ ਚਾਰਨ ਵਾਲਾ ਤੇ ਉਸ ਦਾ ਇੱਕ ਛੋਟਾ ਜਿਹਾ ਪੋਤਰਾ। ਸਤਿਗੁਰੂ ਪਾਤਸ਼ਾਹ ਨੇ ਆਵਾਜ਼ ਮਾਰੀ, ਕਹਿਣ ਲੱਗੇ ਕਿ ਭਾਈ ਸਾਨੂੰ ਭੁੱਖ ਲੱਗੀ ਹੈ, ਆ ਸਾਡੇ ਕੋਲੋਂ ਇੱਕ ਛਾਪ ਹੈ ਬੜੀ ਸੋਹਣੀ ਜਿਹਦੇ ਵਿੱਚ ਹੀਰਾ ਲੱਗਾ ਹੋਇਆ ਹੈ, ਇਹ ਦੁਕਾਨ ਤੇ ਦੇ ਕੇ ਸਾਡੇ ਵਾਸਤੇ ਮਠਿਆਈ ਲੈ ਕੇ ਆਓ। ਵਿਦਵਾਨ ਕਹਿੰਦੇ ਨੇ ਜਦੋਂ ਮਹਾਰਾਜ ਜੀਆਂ ਨੇ ਬਚਨ ਕੀਤੇ ਤੇ ਭਾਈ ਮਤੀ ਦਾਸ ਦੀਵਾਨ ਸਨ, ਮਹਾਰਾਜ ਦੇ ਖਜ਼ਾਨਚੀ ਸਨ ਅੱਗੇ ਹੋਏ। ਮਹਾਰਾਜ ਇਹ ਕੀਮਤੀ ਅੰਗੂਠੀ ਕਿਉਂ ਦੇਣੀ ਹੈ? ਮੇਰੇ ਕੋਲ ਹੈ, ਧਨ ਹੈ ਮੇਰੇ ਕੋਲ, ਆਪ ਜੀ ਹੁਕਮ ਕਰੋ ਮੈਂ ਪੈਸੇ ਦੇ ਦਿੰਦਾ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਨਹੀਂ ਮਤੀ ਦਾਸ, ਅਸੀਂ ਕੁਝ ਹੋਰ ਵੀ ਕਾਰਨ ਕਰਨੇ ਨੇ, ਜਦੋਂ ਲੋੜ ਹੋਵੇਗੀ ਤੁਹਾਨੂੰ ਵੀ ਉਸ ਵੇਲੇ ਕੋਈ ਆਗਿਆ ਹੋਵੇਗੀ, ਪਰ ਇਸ ਵੇਲੇ ਤੁਸੀਂ ਸਾਡੇ ਭਾਣੇ ਵਿੱਚ ਸਾਡੇ ਕਾਰਜ ਵਿੱਚ ਦਖਲਅੰਦਾਜ਼ੀ ਨਾ ਕਰੋ, ਜੋ ਹੁੰਦਾ ਉਹ ਹੋਣ ਦਿਓ। ਜਦੋਂ ਭਾਈ ਮਤੀ ਦਾਸ ਨੇ ਬਚਨ ਸੁਣੇ ਤੇ ਨਾਲ ਦਿਆਂ ਸਿੱਖਾਂ ਨੂੰ ਕਹਿਣ ਲੱਗ ਪਏ, ਭਾਈ ਮਤੀ ਦਾਸ ਜੀ ਵੀ ਸਤਿਗੁਰੂ ਹੁਣ ਸਾਕਾ ਵਰਤਾਉਣਗੇ, ਭਾਣਾ ਵਰਤਾਉਣਗੇ, ਬਹਾਨਾ ਬਣਾਉਂਦੇ ਪਏ। ਤੇ ਜਦੋਂ ਉਹ ਗਰੀਬ ਮਠਿਆਈ ਲੈਣ ਵਾਸਤੇ ਤੁਰਨ ਲੱਗਾ ਤੇ ਉਹਨੇ ਫਿਰ ਆਖਿਆ, ਮਹਾਰਾਜ ਮੇਰੇ ਤੇ ਕੱਪੜੇ ਮੈਲੇ ਤੇ ਪਾਟੇ ਨੇ, ਮਠਿਆਈ ਕਾਹਦੇ ਵਿੱਚ ਲੈ ਕੇ ਆਵਾਂ? ਸਤਿਗੁਰਾਂ ਨੇ ਬੜਾ ਸੋਹਣਾ ਦਿਸ਼ਾਲਾ ਦਿੱਤਾ ਆਪਣੇ ਕੋਲੋਂ, ਕਹਿਣ ਲੱਗੇ ਇਸ ਦਿਸ਼ਾਲੇ ਵਿੱਚ ਪਾ ਕੇ ਲਿਆ। ਸਿੱਖਾਂ ਨੂੰ ਯਕੀਨ ਹੋ ਗਿਆ ਮਹਾਰਾਜ ਜਾਣ ਬੁੱਝ ਕੇ ਵਿਧ ਬਣਾਉਂਦੇ ਪਏ, ਆਪਣੀ ਗ੍ਰਿਫਤਾਰੀ ਦੇਣਾ ਚਾਹੁੰਦੇ। ਗੁਰਮੁਖੋ ਇਤਿਹਾਸ ਲੰਬੇਰਾ ਹੈ, ਸਮਾਂ ਆਪਣੇ ਕੋਲ ਸੀਮਤ ਹੈ। ਇਸ ਨੇ ਜਾ ਕੇ ਦੁਕਾਨਦਾਰ ਨੂੰ ਆਖਿਆ ਮੈਨੂੰ ਮਠਿਆਈ ਦੇ ਤੇ ਆ ਮੁੰਦਰੀ ਜਿਹੜੀ ਆ ਰੱਖ ਲਾ। ਤੇ ਉਹ ਦੁਕਾਨਦਾਰ ਬੜਾ ਹੈਰਾਨ ਹੋਇਆ ਵੀ ਮਠਿਆਈ ਤੇ ਕੁਝ ਪੈਸਿਆਂ ਦੀ ਹੈ
ਤੇ ਛਾਪ ਮੈਨੂੰ ਇਹਨੇ ਬੜੀ ਕੀਮਤੀ ਦੇ ਦਿੱਤੀ ਹੈ, ਇਹ ਛਾਪ ਇਹਦੀ ਨਹੀਂ ਹੋਵੇਗੀ, ਹੋ ਸਕਦਾ ਚੋਰੀ ਕਰਕੇ ਲਿਆਇਆ ਹੋਵੇ, ਇਸ ਨੂੰ ਪਰਖ ਨਹੀਂ ਹੈ ਤਾਂ ਇਹ ਆਪਣੀ ਛਾਪ ਵੇਚਣੀ ਚਾਹੁੰਦਾ ਹੈ। ਦੁਕਾਨਦਾਰ ਨੇ ਪੁੱਛਿਆ ਵੀ ਮਠਿਆਈ ਪਾਉਣੀ ਕਾਹਦੇ ਵਿੱਚ ਹੈ, ਤੇ ਕੀਮਤੀ ਦੁਸ਼ਾਲਾ ਵਿਛਾ ਦਿੱਤਾ, ਇਹਦੇ ਵਿੱਚ ਮਠਿਆਈ ਪਾ ਦੇ। ਉਹਨੂੰ ਯਕੀਨ ਹੋ ਗਿਆ ਵੀ ਇਹ ਵਾਕਿਆ ਹੀ ਕੋਈ ਚੋਰ ਹੈ। ਉਸੇ ਵੇਲੇ ਕੋਤਵਾਲ ਨੂੰ ਤਲਾਹ ਕੀਤੀ ਹੈ, ਮੇਰੇ ਕੋਲ ਇੱਕ ਵਿਅਕਤੀ ਆਇਆ, ਉਸਨੇ ਛਾਪ ਤੇ ਕੀਮਤੀ ਦੁਸ਼ਾਲਾ ਦਿੱਤਾ ਹੈ, ਕੋਈ ਚੋਰ ਹੈ। ਜਦੋਂ ਕੋਤਵਾਲ ਨੇ ਡਾਂਟ ਕੇ ਪੁੱਛਿਆ ਵੀ ਇਹ ਕਿੱਥੋਂ ਲਿਆਂਦਾ ਤੇ ਸੱਚ ਦੱਸਿਆ, ਕਹਿਣ ਲੱਗਾ ਬਾਗ ਦੇ ਵਿੱਚ ਕੋਈ ਬੜਾ ਤੇਜ਼ ਪ੍ਰਤਾਪ ਵਾਲਾ ਵਿਅਕਤੀ ਬੈਠਾ ਹੈ, 5 ਬੰਦੇ ਉਹਦੇ ਨਾਲ ਨੇ, ਮੈਨੂੰ ਤੇ ਇਹ ਛਾਪ ਤੇ ਦੁਸ਼ਾਲਾ ਉਹਨਾਂ ਨੇ ਦਿੱਤਾ ਹੈ। ਕੋਤਵਾਲ ਛੇਤੀ ਦੇ ਨਾਲ ਉਸ ਬਾਗ ਵਿੱਚ ਪਹੁੰਚਿਆ ਜਿੱਥੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਬੈਠੇ ਹੋਏ। ਆ ਕੇ ਪੁੱਛਿਆ ਤੁਸੀਂ ਕੌਣ ਹੋ? ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਸਾਡਾ ਨਾਮ ਤੇਗ ਬਹਾਦਰ ਹੈ ਅਤੇ ਅਸੀਂ ਇਸ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਕਰਕੇ ਗੁਰੂ ਅਖਵਾਉਂਦੇ ਹਾਂ। ਕੋਤਵਾਲ ਨੇ ਸੁਣਿਆ, ਉਸੇ ਵੇਲੇ ਯਾਦ ਆ ਗਿਆ ਇਹ ਤੇ ਉਹ ਨੇ ਜਿਨ੍ਹਾਂ ਨੂੰ ਬਾਦਸ਼ਾਹ ਨੇ ਫੜਨ ਵਾਸਤੇ ਹੁਕਮ ਕੀਤਾ ਹੈ। ਸਤਿਗੁਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੰਨੇ ਚਿਰ ਨੂੰ ਇਹ ਆਲੀ ਜਿਹੜਾ ਸੀ ਮਾਫੀਆਂ ਮੰਗਦਾ, ਮਹਾਰਾਜ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ, ਮੈਂ ਤੇ ਸੋਚਿਆ ਕੋਈ ਆਮ ਵਿਅਕਤੀ ਹੈ, 1000 ਰੁਪਏ ਦਾ ਨਾਮ ਲੈ ਲਵਾਂ, ਪਰ ਪਾਤਸ਼ਾਹ ਜੇ ਮੈਨੂੰ ਪਤਾ ਹੁੰਦਾ ਤੁਸੀਂ ਰੱਬੀ ਅਵਤਾਰ ਹੋ ਤੇ ਮੈਂ ਇਹ ਕਰਮ ਕਦੇ ਨਾ ਕਰਦਾ, ਮੇਰੀਆਂ ਪੀੜ੍ਹੀਆਂ ਨੂੰ ਕਲੰਕ ਲੱਗ ਗਿਆ, ਲੋਕ ਮੈਨੂੰ ਲਾਹਣਤਾਂ ਪਾਉਣਗੇ। ਸਤਿਗੁਰੂ ਮੇਰੇ ਕੋਲੋਂ ਭਾਰੀ ਗੁਨਾਹ ਹੋ ਗਿਆ, ਕਿਰਪਾ ਕਰਕੇ ਮਾਫ ਕਰ ਦਿਓ। ਸਤਿਗੁਰੂ ਕਹਿਣ ਲੱਗੇ ਭਾਈ ਇਹ ਕਾਰਜ ਤੇ ਅਸੀਂ ਕਰਨਾ ਸੀ, ਤੇਰਾ ਤੇ ਬਹਾਨਾ ਬਣਿਆ ਹੈ। ਇਸ ਤਰ੍ਹਾਂ ਕਹਿ ਕੇ ਮਹਾਰਾਜ ਸਾਹਿਬ ਜੀ ਨੂੰ ਆਗਰੇ ਦੇ ਕਿਲੇ ਵਿੱਚ ਬੰਦ ਕੀਤਾ ਗਿਆ। ਔਰੰਗਜ਼ੇਬ ਨੂੰ ਸੁਨੇਹਾ ਭੇਜਿਆ ਗਿਆ ਸਤਿਗੁਰਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ। ਔਰੰਗਜ਼ੇਬ ਬਾਦਸ਼ਾਹ ਨੇ 12,000 ਸਿਪਾਹੀ ਭੇਜ ਕੇ ਘੋੜਸਵਾਰ ਆਖਿਆ ਵੀ ਸਤਿਗੁਰਾਂ ਨੂੰ ਬੜੀ ਤਕੜਾਈ ਦੇ ਨਾਲ ਚੰਗੇ ਕਰੜੇ ਪਹਿਰੇ ਦੇ ਹੇਠ ਦਿੱਲੀ ਲੈ ਕੇ ਆਓ। ਬਾਦਸ਼ਾਹ ਦੇ ਮਨ ਵਿੱਚ ਵਿਚਾਰ ਇਹ ਆ ਵੀ ਕੁਝ ਹਿੰਦੂ ਰਾਜੇ ਸਤਿਗੁਰਾਂ ਦਾ ਸਤਿਕਾਰ ਕਰਦੇ, ਕੁਝ ਮੁਸਲਮਾਨ ਵੀ ਕਰਦੇ, ਹੋ ਸਕਦਾ ਸਤਿਗੁਰਾਂ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਕੋਈ ਹਮਲਾ ਹੀ ਨਾ ਕਰ ਦੇਵੇ। ਬੜੇ ਤਕੜੇ ਪਹਿਰੇ ਦੇ ਵਿੱਚ ਸਤਿਗੁਰਾਂ ਨੂੰ ਦਿੱਲੀ ਲੈ ਆਏ। ਬਾਦਸ਼ਾਹ ਦਾ ਉਹੀ ਸਵਾਲ ਹੈ, ਮਹਾਰਾਜ ਆਪ ਜੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਵੋ ਤਾਂ ਕਿ ਅਸੀਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਕਰ ਲਈਏ। ਸਤਿਗੁਰੂ ਕਹਿਣ ਲੱਗੇ ਨਹੀਂ, ਇਹ ਕਾਰਜ ਨਹੀਂ ਹੋ ਸਕਦਾ ਹੈ। ਬਾਦਸ਼ਾਹ ਦਾ ਦੂਜਾ ਬਚਨ ਹੋਇਆ, ਮਹਾਰਾਜ ਤੁਸੀਂ ਮੁਸਲਮਾਨ ਨਾ ਬਣੋ, ਕੇਵਲ ਐਲਾਨ ਕਰ ਦਿਓ ਦੁਨੀਆ ਦੇ ਵਿੱਚ ਕਿ ਮੈਂ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ, ਸਾਡਾ ਤਾਂ ਵੀ ਕੰਮ ਬਣ ਜਾਏਗਾ। ਸਤਿਗੁਰੂ ਕਹਿਣ ਲੱਗੇ ਇਹ ਵੀ ਬਚਨ ਨਹੀਂ ਹੋ ਸਕਦਾ। ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹੇ ਨਾ ਛੋਡੀਐ। ਇਹ ਕੱਚਾ ਬਚਨ ਨਹੀਂ ਹੋਵੇਗਾ। ਬਾਦਸ਼ਾਹ ਔਰੰਗਜ਼ੇਬ ਨੇ ਸੁਣੀ ਗੱਲ, ਬੜਾ ਗੁੱਸਾ ਹੈ ਮਨ ਵਿੱਚ, ਕਹਿਣ ਲੱਗਾ ਮੈਂ ਤੇ ਇੱਕ ਧਰਮ ਖਤਮ ਕਰ ਹੀ ਦੇਣਾ ਹੈ, ਕੇਵਲ ਕੱਲਾ ਮੁਸਲਮਾਨ ਧਰਮ ਹੀ ਰਹੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ ਔਰੰਗਜ਼ੇਬ ਤੇਰੀ ਮਰਜ਼ੀ ਨਹੀਂ ਹੈ, ਜੇ ਪਰਮਾਤਮਾ ਨੇ ਖਤਮ ਕਰਨਾ ਹੋਵੇ ਨਾ ਤੇ ਉਹ ਹਿੰਦੂਆਂ ਦੇ ਘਰ ਵਿੱਚ ਬੱਚਾ ਹੀ ਨਾ ਪੈਦਾ ਕਰੇ, ਧਰਮ ਆਪੇ ਖਤਮ ਹੋ ਜਾਏਗਾ। ਜੇ ਉਹ ਹਿੰਦੂਆਂ ਦੇ ਘਰੇ ਬੱਚੇ ਪੈਦਾ ਕਰ ਰਿਹਾ, ਮੁਸਲਮਾਨਾਂ ਦੇ ਘਰ ਵਿੱਚ ਬੱਚੇ ਪੈਦਾ ਹੋ ਰਹੇ, ਇਹਦਾ ਭਾਵ ਇਹ ਆ ਵੀ ਉਹਨੂੰ ਦੋਵੇਂ ਧਰਮ ਹੀ ਚੰਗੇ ਲੱਗਦੇ ਤੇ ਤਾਂ ਹੀ ਹੋ ਰਹੇ ਨਾ। ਤੇ ਜੇ ਉਹਨੂੰ ਨਾ ਚੰਗਾ ਲੱਗਦਾ ਹੋਵੇ ਤੇ ਉਹ ਬੱਚੇ ਪੈਦਾ ਹੀ ਕਿਉਂ ਹੋਣ ਦੇਵੇ, ਤੇ ਧਰਮ ਆਪੇ ਮੁੱਕ ਜਾਵੇਗਾ। ਬਾਦਸ਼ਾਹ ਕਹਿਣ ਲੱਗਾ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਮੈਨੂੰ ਕਰਕੇ ਵਿਖਾਓ ਵੀ ਇਹ ਕਿਵੇਂ ਨਹੀਂ ਹੋ ਸਕਦਾ ਹੈ। ਇਤਿਹਾਸਕਾਰ ਕਹਿੰਦੇ ਮਹਾਰਾਜ ਜੀਆਂ ਨੇ ਉਸ ਵੇਲੇ 5 ਮਣ ਮਿਰਚਾਂ ਮੰਗਾਈਆਂ, ਕਾਲੀਆਂ ਮਿਰਚਾਂ, ਬਚਨ ਕੀਤਾ ਇਹਨਾਂ ਨੂੰ ਅੱਗ ਲਾ ਕੇ ਸਾੜਿਆ ਜਾਵੇ, ਸਾੜ ਦਿੱਤੀਆਂ ਗਈਆਂ। ਸਤਿਗੁਰੂ ਜੀ ਵਿਖਾਉਣ ਵਾਸਤੇ ਕਹਿਣ ਲੱਗੇ ਇਹਨਾਂ ਮਿਰਚਾਂ ਨੂੰ ਕੱਪੜੇ ਵਿੱਚ ਕੱਪੜ ਛਾਣ ਕੀਤਾ ਜਾਵੇ। ਕੱਪੜ ਛਾਣ ਕੀਤਾ ਤੇ 3 ਮਿਰਚਾਂ ਵਿੱਚੋਂ ਸਾਬਤ ਨਿਕਲ ਆਈਆਂ। ਮਹਾਰਾਜ ਕਹਿਣ ਲੱਗੇ ਔਰੰਗਜ਼ੇਬ ਤੂੰ 2 ਧਰਮਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਪਰਮਾਤਮਾ ਦੀ ਮੌਜ ਕੁਝ ਹੋਰ ਹੈ, ਉਹ ਦੋਵਾਂ ਧਰਮਾਂ ਦੇ ਵਿੱਚ ਇੱਕ ਤੀਜਾ ਹੋਰ ਪੈਦਾ ਕਰਨਾ ਚਾਹੁੰਦਾ ਹੈ। ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, 10ਵੇਂ ਪਾਤਸ਼ਾਹ ਨੇ ਆਖਿਆ ਨਾ। ਬਾਦਸ਼ਾਹ ਨੇ ਸਤਿਗੁਰਾਂ ਦਾ ਇਹ ਫੈਸਲਾ ਸੁਣ ਕੇ ਹੁਕਮ ਦਿੱਤਾ, ਮਹਾਰਾਜ ਨੂੰ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿਓ, ਜਿੱਥੇ ਇਹ ਖੜੇ ਨਾ ਹੋ ਸਕਣ, ਜਿੱਥੇ ਬੈਠ ਨਾ ਸਕਣ ਔਰ ਜਿੱਥੇ ਲੰਮੇ ਨਾ ਪੈ ਸਕਣ। ਇਸ ਤਰ੍ਹਾਂ ਦਾ ਵਿਸ਼ੇਸ਼ ਪਿੰਜਰਾ ਬਣਾਇਆ ਗਿਆ, ਵਿੱਚ ਤਿੱਖੇ ਤਿੱਖੇ ਕਿੱਲ ਲਾਏ ਗਏ, ਪੱਤੀਆਂ ਲਾ ਦਿੱਤੀਆਂ, ਜੇ ਥੋੜ੍ਹਾ ਜਿਹਾ ਵੀ ਕਿਤੇ ਆਸਰਾ ਲੈਣ ਤੇ ਪੱਤੀਆਂ ਸਰੀਰ ਦੇ ਵਿੱਚ ਚੁੱਭ ਜਾਣ, ਇਹ ਖੜੇ ਰਹਿਣਗੇ, ਨਾ ਖੜ ਸਕਣਗੇ ਨਾ ਬੈਠ ਸਕਣਗੇ, ਥੱਕ ਕੇ ਅੱਕ ਕੇ ਇਹ ਸਾਡਾ ਕਹਿਣਾ ਮੰਨ ਹੀ ਲੈਣਗੇ।
ਪਰ ਔਰੰਗਜ਼ੇਬ ਨੂੰ ਇਹ ਨਹੀਂ ਪਤਾ ਵੀ ਇਹ ਗੁਰੂ ਉਹ ਹੈ ਜਿਹੜਾ ਬਾਬੇ ਬਕਾਲਾ ਸਾਹਿਬ ਦੀ ਧਰਤੀ ਤੇ 26 ਸਾਲ ਭੋਰੇ ਵਿੱਚ ਬੈਠਾ ਰਿਹਾ। ਤੇਰਾ ਪਿੰਜਰਾ ਇੱਕ ਦੋ ਦਿਨ ਵਿੱਚ ਕੀ ਵਿਗਾੜ ਸਕਦਾ ਹੈ। ਸਤਿਗੁਰੂ ਪਾਤਸ਼ਾਹ ਜੀ ਉਸ ਪਿੰਜਰੇ ਵਿੱਚ ਬੈਠੇ ਹੋਏ ਬਚਨ ਕਰਦੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। 9ਵੇਂ ਮਹੱਲੇ ਦੇ ਸ਼ਲੋਕ ਮਹਾਰਾਜ ਨੇ ਉਚਾਰੇ। ਇਹਨੇ ਚਿਰ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਇੱਕ ਸਿੱਖ ਪਹੁੰਚਿਆ। ਮਹਾਰਾਜ ਪਰਿਵਾਰ ਬੜਾ ਵੈਰਾਗ ਕਰਦਾ ਪਿਆ, ਆਪ ਜੀ ਕਿਰਪਾ ਕਰਕੇ ਪਰਿਵਾਰ ਦੇ ਉਸ ਦੁੱਖ ਨੂੰ ਸਮਝਦਿਆਂ ਹੋਇਆਂ ਕੋਈ ਕਿਰਪਾ ਕਰਕੇ ਉਪਦੇਸ਼ ਦਿਓ। ਤੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਬਚਨ ਕਹਿਣ ਲੱਗੇ ਭਾਈ ਬਚਨ ਇਹ ਹੈ ਜਿਹੜਾ ਦੁਨੀਆ ਤੇ ਆਇਆ ਹੈ, ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਰਾਮ ਗਇਓ ਰਾਵਨ ਗਇਓ ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸਨ। ਇਹ ਮਹਾਰਾਜ ਨੇ 2 ਸ਼ਲੋਕ ਜਿਹੜੇ ਸਨ ਉਸ ਵੇਲੇ ਆਪਣੀ ਧਰਮ ਸੁਪਤਨੀ ਮਾਤਾ ਸਾਹਿਬ ਮਾਤਾ ਗੁਜਰੀ ਜੀਆਂ ਦੇ ਵਾਸਤੇ ਉਚਾਰੇ। ਕਹਿਣ ਲੱਗੇ ਦੁਨੀਆ ਤੇ ਕੋਈ ਨਹੀਂ ਰਹਿਣ ਵਾਲਾ, ਸਾਰਿਆਂ ਨੇ ਚਲੇ ਜਾਣਾ, ਵੈਰਾਗ ਕਾਹਦਾ ਕਰਨਾ ਹੈ। ਸਿੱਖ ਨੇ ਆਖਿਆ ਮਹਾਰਾਜ ਮਾਤਾ ਜੀ ਬੜਾ ਵੈਰਾਗ ਕਰਦੇ, ਮਾਤਾ ਨਾਨਕੀ ਜੀ। ਮਹਾਰਾਜ ਕਹਿਣ ਲੱਗੇ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ। ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨੇ। ਵਿਦਵਾਨ ਕਹਿੰਦੇ ਨੇ ਇਹ ਸ਼ਲੋਕ ਆਪਣੀ ਮਾਤਾ ਨੂੰ ਮੁੱਖ ਰੱਖ ਕੇ ਮਹਾਰਾਜ ਨੇ ਆਖਿਆ ਮਾਤਾ ਚਿੰਤਾ ਕਿਸ ਗੱਲ ਦੀ ਹੈ। ਇਹ ਦੁਨੀਆ ਦਾ ਰਾਹ ਹੀ ਇਸ ਤਰ੍ਹਾਂ ਦਾ, ਜਿਹੜਾ ਜਨਮ ਲੈ ਕੇ ਆਇਆ ਉਹਨੇ ਸਰੀਰ ਛੱਡ ਕੇ ਜਾਣਾ। ਸਰੀਰ ਤੇ ਅਸੀਂ ਛੱਡਣਾ ਹੀ ਆ, ਭਾਵੇਂ ਅਨੰਦਪੁਰ ਸਾਹਿਬ ਹੁੰਦੇ ਤਾਂ ਵੀ ਛੱਡ ਦੇਣਾ ਸੀ, ਜੇ ਦਿੱਲੀ ਬੈਠੇ ਆ ਤੇ ਤਾਂ ਵੀ ਛੱਡਣਾ ਹੈ। ਚਿੰਤਾ ਨਾ ਕਰੋ, ਸੰਸਾਰ ਦਾ ਗੇੜਾ ਤੇ ਆਉਣ ਜਾਣ ਵਾਲਾ ਬਣਿਆ ਹੈ। ਇਹ ਬਚਨ ਮਹਾਰਾਜ ਜੀਆਂ ਨੇ ਕਰਕੇ 9ਵੇਂ ਮਹੱਲੇ ਦੇ ਸ਼ਲੋਕ ਮਹਾਰਾਜ ਨੇ ਬਖਸ਼ਿਸ਼ ਕੀਤੇ। ਅੱਗੇ ਬਚਨ ਕਰਦੇ ਪੈ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤੇ ਉਪਾਏ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। ਲਿਖ ਕੇ ਕਾਗਜ਼ ਦੇ ਉੱਪਰ ਸਿੱਖ ਨੂੰ ਕਹਿਣ ਲੱਗੇ ਛੇਤੀ ਨਾਲ ਇਹ ਸਾਡੀ ਲਿਖੀ ਹੋਈ ਬਾਣੀ ਅਨੰਦਪੁਰ ਸਾਹਿਬ ਲੈ ਕੇ ਜਾਓ। ਸਾਡੇ ਪੁੱਤਰ ਨੂੰ ਆ ਸ਼ਲੋਕ ਜਾ ਕੇ ਪੜ੍ਹਾਉਣਾ। ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤੇ ਉਪਾਏ। ਇਹ ਸ਼ਲੋਕ ਪੜ੍ਹ ਕੇ ਤੇ ਉਹਨਾਂ ਨੂੰ ਕਹੋ ਵੀ ਇਸ ਸ਼ਲੋਕ ਦਾ ਸਾਨੂੰ ਉੱਤਰ ਛੇਤੀ ਦੇ ਨਾਲ ਵਾਪਸ ਭੇਜਣ। ਜਦੋਂ ਸਿੱਖ ਉਹ ਬਾਣੀ ਲੈ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਦੇ ਕੋਲ ਪਹੁੰਚਾ, ਧੰਨ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ਼ਲੋਕ ਪੜ੍ਹਿਆ ਜਿਹਦੇ ਵਿੱਚ ਲਿਖਿਆ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤਿਓ ਪਾਏ। ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਏ। 10ਵੇਂ ਪਾਤਸ਼ਾਹ ਨੇ ਫਿਰ ਅੱਗੇ ਜਵਾਬ ਲਿਖਿਆ। ਕਹਿਣ ਲੱਗੇ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤੇ ਨਾਨਕ ਸਭ ਕਿਛ ਤੁਮ ਰਹਿ ਹਾਥ ਮੈਂ ਤੁਮ ਹੀ ਹੋਤ। ਸਤਿਗੁਰੂ ਲਿਖਣ ਲੱਗੇ ਪਿਤਾ ਜੀ ਤੁਹਾਡਾ ਬਲ ਕੌਣ ਨਾਸ ਕਰ ਸਕਦਾ, ਤੁਸੀਂ ਤੇ ਬ੍ਰਹਿਮੰਡ ਦੇ ਮਾਲਕ ਹੋ। ਇਹ ਤੇ ਜਾਣ ਬੁੱਝ ਕੇ ਮਹਾਰਾਜ ਤੁਸੀਂ ਬਿਧ ਬਣਾਈ ਹੈ, ਤੁਸੀਂ ਖੁਦ ਪਰਮਾਤਮਾ ਹੋ, ਤੁਹਾਨੂੰ ਬੰਧਨ ਕੋਈ ਪਾ ਨਹੀਂ ਸਕਦਾ। ਅਸਲ ਵਿੱਚ ਜਿਹੜਾ ਤੁਹਾਡਾ ਨਾਮ ਲੈਂਦਾ ਤੁਸੀਂ ਉਹਦੇ ਬੰਧਨ ਕੱਟਣ ਵਾਲੇ ਹੋ। ਸਤਿਗੁਰ ਸਿੱਖ ਹੈ, ਮਿਲ ਕੇ ਆਖੀਏ ਸਤਿਗੁਰ ਸਿੱਖ ਹੈ। ਸਤਿਗੁਰੂ ਤੁਸੀਂ ਬੰਧਨ ਕੱਟਣ ਵਾਲੇ ਹੋ, ਤੁਹਾਨੂੰ ਪਾ ਕੌਣ ਸਕਦਾ ਹੈ। ਜਦੋਂ ਮਹਾਰਾਜ ਨੇ ਆਪਣੇ ਪੁੱਤਰ ਦਾ ਜਵਾਬ ਸੁਣਿਆ ਪ੍ਰਸੰਨ ਹੋ ਗਏ। ਸਾਨੂੰ ਇਹ ਪੂਰਨ ਤੌਰ ਤੇ ਇਸਨੇ ਗੁਰੂ ਵੀ ਜਾਣਿਆ ਹੈ, ਇਕੱਲਾ ਪਿਤਾ ਨਹੀਂ ਜਾਣਿਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਮਹਾਰਾਜ ਦੇ ਨਾਲ ਨੇ, ਭਾਈ ਗੁਰਦਿੱਤਾ ਜੀ ਮਹਾਰਾਜ ਦੇ ਨਾਲ ਨੇ, ਭਾਈ ਊਦਾ ਸਿੰਘ ਸਤਿਗੁਰਾਂ ਦੇ ਨਾਲ ਨੇ, 5 ਸਿੱਖ ਨੇ। ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਬਚਨ ਕੀਤਾ ਜਿਹੜਾ ਸਿੱਖ ਜਾਣਾ ਚਾਹਵੇ ਉਹ ਜਾ ਸਕਦਾ, ਕੋਈ ਰੋਕ ਨਹੀਂ ਸਕੇਗਾ, ਇਹ ਸਾਡਾ ਬਚਨ ਹੈ। ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਦੀ ਕੁਲ ਵਿੱਚੋਂ 6ਵੀਂ ਪੀੜ੍ਹੀ ਦੇ ਵਿੱਚੋਂ ਸਨ। ਮਹਾਰਾਜ ਦਾ ਹੁਕਮ ਮੰਨ ਕੇ ਬਾਬਾ ਬੁੱਢਾ ਸਾਹਿਬ ਦੇ ਸਥਾਨ ਤੇ ਚਲੇ ਗਏ। ਦਿੱਲੀ ਦੇ ਵਿੱਚ ਬਾਬਾ ਬੁੱਢਾ ਸਾਹਿਬ ਜਦੋਂ ਟਿਕੇ ਸਨ, ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਗਏ। ਪਰ ਬਚਨ ਇਹ ਸੀ ਮਹਾਰਾਜ ਮੈਂ ਜਾਣਾ ਤੁਹਾਡੇ ਨਾਲ ਹੀ ਹੈ, ਜੇ ਤੁਸੀਂ ਇੱਥੋਂ ਕਹਿੰਦੇ ਹੋ ਤੇ ਮੈਂ ਚਲੇ ਜਾਂਦਾ, ਪਰ ਮੈਂ ਸੱਚਖੰਡ ਤੁਹਾਡੇ ਨਾਲ ਜਾਣਾ। ਸਤਿਗੁਰੂ ਕਹਿਣ ਲੱਗੇ ਜਾਓ ਆਪਣੇ ਵੱਡਿਆਂ ਦੇ ਸਥਾਨ ਤੇ ਚਲੇ ਜਾਓ, ਜਦੋਂ ਅਸੀਂ ਸਰੀਰ ਛੱਡਾਂਗੇ ਤੁਹਾਨੂੰ ਖਬਰ ਹੋ ਜਾਏਗੀ, ਤੁਸੀਂ ਵੀ ਆਪਣਾ ਸਰੀਰ ਛੱਡ ਕੇ ਸੱਚਖੰਡ ਸਾਡੇ ਨਾਲ ਜਾਣਾ। ਇੱਕ ਵਾਰੀ ਆਖੀਏ ਸਤਨਾਮ।
ਭਾਈ ਮਤੀ ਦਾਸ ਜੀਆਂ ਨੇ ਸਤਿਗੁਰੂ ਪਾਤਸ਼ਾਹ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਹੋਇਆਂ ਵੇਖ ਕੇ ਆਖਿਆ, ਮਹਾਰਾਜ ਹੁਕਮ ਕਰ ਦਿਓ, ਮੈਂ ਜਿੰਨੇ ਮੁਸਲਮਾਨ ਨੇ ਜਿੰਨੀਆਂ ਥਾਵਾਂ ਤੇ ਬੈਠੇ ਇੱਕ ਛਿਣ ਦੇ ਵਿੱਚ ਸਾਰੇ ਖਤਮ ਕਰ ਦਿਆਂ, ਮੇਰੇ ਵਿੱਚ ਤਾਕਤ ਹੈ। ਤੇ ਸਤਿਗੁਰੂ ਕਹਿਣ ਲੱਗੇ, ਮਤੀ ਦਾਸ ਇਹਨਾਂ ਸਾਰਿਆਂ ਦਾ ਕੀ ਕਸੂਰ ਹੈ? ਫਿਰ ਦੂਜਾ ਬਚਨ ਹੋਇਆ, ਮਹਾਰਾਜ ਔਰੰਗਜ਼ੇਬ ਨੂੰ ਸਮੇਤ ਪਰਿਵਾਰ ਦੇ ਮੈਂ ਨਸ਼ਟ ਕਰ ਦਿਆਂ, ਇੱਕ ਛਿਣ ਵਿੱਚ ਆਪ ਜੀ ਕਿਰਪਾ ਕਰੋ। ਸਤਿਗੁਰੂ ਕਹਿਣ ਲੱਗੇ, ਸਾਰੀ ਫੌਜ ਦਾ ਕੀ ਕਸੂਰ ਹੈ? ਉਹ ਤੇ ਆਪਣੇ ਬਾਦਸ਼ਾਹ ਦੇ ਗੁਲਾਮ ਨੇ। ਤੀਜਾ ਬਚਨ ਹੋਇਆ, ਮਹਾਰਾਜ ਜੇ ਹੁਕਮ ਹੋਵੇ ਤੇ ਔਰੰਗਜ਼ੇਬ ਨੂੰ ਪੂਰੇ ਪਰਿਵਾਰ ਦੇ ਸਮੇਤ ਮੈਂ ਜਮਨਾ ਵਿੱਚ ਸੁੱਟ ਕੇ ਤਬਾਹ ਕਰ ਦਿਆਂ, ਤੁਹਾਡੇ ਹੁਕਮ ਦੀ ਢੇਰ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮਤੀ ਦਾਸ ਇੰਨੀ ਤਾਕਤ ਆ ਕਿੱਥੋਂ ਗਈ ਹੈ? ਮਹਾਰਾਜ ਇੱਕ ਤੇ ਤੁਹਾਡੇ ਘਰ ਦੀ ਸੇਵਾ ਕੀਤੀ ਹੈ, ਇੱਕ ਆਪ ਜੀ ਨੇ ਜਦੋਂ ਗੰਨੇ ਚੂਪੇ ਸਨ ਪ੍ਰੇਤ ਦੀ ਹਵੇਲੀ ਵਿੱਚ ਬੈਠ ਕੇ, ਪਾਤਸ਼ਾਹ ਜੀ ਉਹ ਗੰਨਿਆਂ ਦਾ ਪ੍ਰਸ਼ਾਦ ਮੈਂ ਵੀ ਆਪ ਜੀ ਦੇ ਸੀਤਲ ਮੁਖ ਦਾ ਆਪਣੇ ਮੂੰਹ ਦੇ ਵਿੱਚ ਪਾਇਆ, ਮੇਰੇ ਵਿੱਚ ਇਹ ਤਾਕਤ ਆ ਗਈ ਹੈ। ਸਤਿਗੁਰਾਂ ਨੇ ਮਤੀ ਦਾਸ ਨੂੰ ਕੋਲ ਬੁਲਾਇਆ, ਬਾਂਹ ਫੜ ਲਈ ਹੈ, ਸਾਰੀਆਂ ਤਾਕਤਾਂ ਮਹਾਰਾਜ ਨੇ ਖਿੱਚ ਲਈਆਂ। ਸਤਿਗੁਰੂ ਨਹੀਂ ਚਾਹੁੰਦੇ ਵੀ ਸਾਡਾ ਸਿੱਖ ਕਰਾਮਾਤ ਵਿਖਾਵੇ। ਵਿਦਵਾਨਾਂ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਇੱਥੇ ਲਿਖੀਆਂ ਹੋਈਆਂ ਵੀ ਮਹਾਰਾਜ ਕਿਵੇਂ ਸਮਝਾਉਂਦੇ ਪਰ ਆਪਣੇ ਕੋਲ ਸਮਾਂ ਨਹੀਂ ਹੈ। ਕਾਜੀ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਸਲਾਮਤ ਇੱਕ ਸਿੱਖ ਤਾਕਤ ਵਿਖਾਉਣੀ ਚਾਹੁੰਦਾ ਪਰ ਗੁਰੂ ਨੇ ਮਨਾ ਕਰ ਦਿੱਤਾ, ਉਹ ਇਸ ਤਰ੍ਹਾਂ ਦੇ ਬਚਨ ਕਰਦਾ ਹੈ। ਬਾਦਸ਼ਾਹ ਨੇ ਉਸ ਵੇਲੇ ਆਖਿਆ ਵੀ ਸਿੱਖ ਨੂੰ ਕਹੋ ਕਰਾਮਾਤ ਵਿਖਾਵੇ, ਜੇ ਨਹੀਂ ਵਿਖਾਉਂਦਾ ਤੇ ਉਹਦੇ ਤੇ ਫਰਮਾਨ ਜਾਰੀ ਕੀਤਾ ਜਾਵੇ। ਫਰਮਾਨ ਇਹ ਲੱਗਿਆ ਵੀ ਇਹਨਾਂ ਨੂੰ ਆਰੇ ਦੇ ਨਾਲ ਚੀਰਿਆ ਜਾਵੇ। ਭਾਈ ਮਤੀ ਦਾਸ ਜੀ ਨੂੰ ਆ ਕੇ ਪੁੱਛਿਆ, ਕਹਿਣ ਲੱਗੇ ਜਾਂ ਤੇ ਕਰਾਮਾਤ ਵਿਖਾਓ ਜਿਹੜੀ ਪਹਿਲਾਂ ਗੱਲ ਕਰਦੇ ਪਏ, ਜਾਂ ਸ਼ਹੀਦ ਹੋਣ ਵਾਸਤੇ ਤਿਆਰ ਹੋ ਜਾਓ। ਭਾਈ ਮਤੀ ਦਾਸ ਜੀ ਕਹਿਣ ਲੱਗੇ, ਬਚਨ ਇਹ ਹੈ ਕਰਾਮਾਤ ਮੈਂ ਵਿਖਾ ਨਹੀਂ ਸਕਦਾ, ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਤੇ ਸ਼ਹੀਦੀ ਜਿਹੜੀ ਹੈ, ਮੈਂ ਜਦੋਂ ਤੋਂ ਗੁਰੂ ਘਰ ਵਿੱਚ ਦਾਖਲਾ ਲਿਆ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਾਰ ਤਲੀ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ, ਮੈਂ ਤਿਆਰ ਹਾਂ। ਭਾਈ ਮਤੀ ਦਾਸ ਜੀ ਨੂੰ ਲੱਕੜ ਦੇ ਫਟਿਆਂ ਦੇ ਵਿੱਚ ਬੰਦ ਕਰਕੇ ਹੱਥ ਬੰਨ੍ਹ ਕੇ ਚੰਗੇ ਤਰੀਕੇ ਦੇ ਨਾਲ ਜਦੋਂ ਆਰੇ ਨਾਲ ਚੀਰਨ ਲੱਗੇ ਤੇ ਫਿਰ ਕਾਜੀ ਹੋਇਆ, ਅੱਗੇ ਕਹਿਣ ਲੱਗਾ, ਉਹ ਮਤੀ ਦਾਸ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਹੈ, ਮਸਾਂ ਕਿਤੇ ਮਨੁੱਖਾ ਜਨਮ ਮਿਲਿਆ, ਕਿਉਂ ਐਵੇਂ ਮਰਨਾ ਚਾਹੁੰਦਾ? ਕਰਾਮਾਤ ਵਿਖਾ ਜਾਂ ਮੁਸਲਮਾਨ ਹੋ ਜਾ। ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ, ਉਸ ਵਾਰ ਜਨਮ ਦਾ ਵੀ ਕੀ ਕਰਨਾ ਤੇ ਇਹੋ ਜਿਹਾ ਜੀਵਨ ਦਾ ਵੀ ਕੀ ਕਰਨਾ, ਜੇ ਗੁਰੂ ਵੱਲੋਂ ਬੇਮੁਖ ਹੋਣਾ ਮੌਤ ਪ੍ਰਵਾਨ ਹੈ, ਬੇਮੁਖ ਹੋਣਾ ਪ੍ਰਵਾਨ ਨਹੀਂ ਹੈ। ਕਾਜੀ ਗੁੱਸੇ ਦੇ ਨਾਲ ਬੋਲਿਆ, ਦੱਸ ਫਿਰ ਤੇਰੀ ਆਖਰੀ ਕੀ ਇੱਛਾ ਹੈ? ਭਾਈ ਮਤੀ ਦਾਸ ਜੀ ਕਹਿਣ ਲੱਗੇ, ਇੱਛਾ ਇਹ ਹੈ ਵੀ ਜਦੋਂ ਮੇਰੇ ਸੀਸ ਤੇ ਆਰਾ ਚੱਲੇ ਨਾ, ਮੇਰਾ ਮੂੰਹ ਮੇਰੇ ਗੁਰੂ ਦੇ ਵੱਲ ਹੋਵੇ, ਮੇਰੇ ਨੇਤਰ ਬੰਦ ਜਿੰਨਾ ਚਿਰ ਨਹੀਂ ਹੋ ਜਾਂਦੇ, ਮੈਂ ਆਪਣੇ ਗੁਰੂ ਦਾ ਦਿਦਾਰਾ ਕਰਦਾ ਰਵਾਂ, ਦਿਦਾਰੇ ਕਰਦਿਆਂ ਸ਼ਹੀਦੀ ਮਿਲੇ, ਮੇਰੀ ਇਹ ਮਨ ਦੀ ਤਮੰਨਾ ਹੈ। ਭਾਈ ਮਤੀ ਦਾਸ ਜੀਆਂ ਦਾ ਮੁੱਖ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਵੱਲ ਸੀਸ ਤੇ ਆਰਾ ਰੱਖਿਆ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨ ਸਨ, ਭਾਈ ਮਤੀ ਦਾਸ ਜਦੋਂ ਸੀਸ ਤੇ ਆਰਾ ਰੱਖਿਆ ਜਾਵੇ, ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰੀ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਤੇਰੀ ਰੱਖਿਆ ਕਰਨਗੇ, ਚੜ੍ਹਦੀ ਕਲਾ ਵਿੱਚ ਸ਼ਹੀਦੀ ਹੋਵੇਗੀ, ਕਿਸੇ ਤਰ੍ਹਾਂ ਦਾ ਡੋਲਣ ਨਹੀਂ ਸਤਿਗੁਰੂ ਦੇਣਗੇ। ਭਾਈ ਮਤੀ ਦਾਸ ਜੀ ਜਪਜੀ ਸਾਹਿਬ ਪੜ੍ਹਦੇ ਪਏ, ਸੀਸ ਤੇ ਆਰਾ ਚੱਲਦਾ ਪਿਆ। ਵਿਦਵਾਨ ਕਹਿਣ ਲੱਗੇ, ਜਦੋਂ ਬਚਨ ਆਇਆ ਨਾ, ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ, ਭਾਈ ਮਤੀ ਦਾਸ ਇਹ ਬਚਨ ਪੜ੍ਹਦੇ ਪਏ ਤੇ ਸਰੀਰ ਦੇ ਦੋ ਹਿੱਸੇ ਹੋ ਗਿਆ, ਦੋ ਟੁਕੜੇ ਹੋ ਗਏ ਤੇ ਸਰੀਰ ਦੋਨੀ ਪਾਸੇ ਡਿੱਗ ਪਿਆ। ਪਰ ਗੁਰਮੁਖੋ, ਗੁਰਬਾਣੀ ਜਿਨ੍ਹਾਂ ਦੇ ਰਗ ਰਗ ਵਿੱਚ ਸਮਾਈ ਹੈ ਨਾ, ਜਿਨ੍ਹਾਂ ਦੇ ਖੂਨ ਦੇ ਇੱਕ ਕਤਰੇ ਵਿੱਚ ਬਾਣੀ ਸਮਾ ਗਈ ਹੈ, ਗੁਰਬਾਣੀ ਦਾ ਪਾਠ ਉੱਥੇ ਟੁੱਟਿਆ ਨਹੀਂ, ਰੁਕਿਆ ਨਹੀਂ। ਜਿਸ ਤਰ੍ਹਾਂ ਦੋ ਸਿੰਘ ਮਿਲ ਕੇ ਗੁਰਬਾਣੀ ਦੇ ਅਖੰਡ ਪਾਠ ਦਾ ਭੋਗ ਪਾਉਂਦੇ, ਭਾਈ ਮਤੀ ਦਾਸ ਦੇ ਦੋਨਾਂ ਧੜਾਂ ਦੇ ਵਿੱਚੋਂ ਜਪਜੀ ਸਾਹਿਬ ਦੀ ਉਸੇ ਤਰ੍ਹਾਂ ਆਵਾਜ਼ ਆ ਰਹੀ ਹੈ। ਗੁਰੂ ਕੇ ਸਿੱਖ ਨੇ ਆਖਿਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਭਾਈ ਦਿਆਲਾ ਜੀ ਨੂੰ ਹੁਕਮ ਲਾ ਦਿੱਤਾ ਕਾਜੀ ਨੇ ਵੀ ਇਹਨਾਂ ਨੂੰ ਉਬਲਦੇ ਹੋਏ ਦੇਗ ਦੇ ਵੱਡੇ ਦੇਗਚੇ ਵਿੱਚ ਬਿਠਾ ਕੇ ਥੱਲੇ ਅੱਗ ਬਾਲ ਕੇ ਪਾਣੀ ਦੇ ਵਿੱਚ ਉਬਾਲ ਕੇ ਸ਼ਹੀਦ ਕੀਤਾ ਜਾਵੇ। ਭਾਈ ਦਿਆਲਾ ਜੀ ਭਾਈ ਮਤੀ ਦਾਸ ਜੀਆਂ ਦੇ ਰਿਸ਼ਤੇਦਾਰੀ ਵਿੱਚ ਚਾਚਾ ਜੀ ਲੱਗਦੇ।
ਭਾਈ ਦਿਆਲਾ ਜੀ ਨੇ ਪੁੱਛਿਆ, ਗੁਰੂ ਤੇਗ ਬਹਾਦਰ ਪਾਤਸ਼ਾਹ ਕੀ ਹੁਕਮ ਹੈ? ਸਤਿਗੁਰੂ ਕਹਿਣ ਲੱਗੇ, ਗੁਰੂ ਅਰਜਨ ਸਾਹਿਬ ਦੀ ਬਾਣੀ ਸੁਖਮਨੀ ਸਾਹਿਬ ਦਾ ਪਾਠ ਕਰਿਓ, ਮਹਾਰਾਜ ਸਹਾਈ ਹੋਣਗੇ। ਤੇ ਵਿਦਵਾਨ ਜਨ ਕਹਿੰਦੇ ਨੇ ਅਜੇ 8 ਅਸ਼ਟਪਦੀਆਂ ਭਾਈ ਦਿਆਲਾ ਜੀ ਨੇ ਉਬਲਦੇ ਪਾਣੀ ਵਿੱਚ ਪੜ੍ਹੀਆਂ। ਪਾਣੀ ਉਬਲ ਕੇ ਸਰੀਰ ਦੇ ਹੱਡ, ਜਿੰਨੀ ਮਿੱਝ ਹੈ, ਜਿੰਨੇ ਕੇਸ ਨੇ, ਸਾਰੇ ਪਾਣੀ ਵਿੱਚ ਘੁਲ ਗਏ, ਸਰੀਰ ਦਾ ਵਜੂਦ ਹੀ ਖਤਮ ਹੋ ਗਿਆ। ਪਰ ਸਿੱਖ ਅਜੇ 8 ਹੀ ਅਸ਼ਟਪਦੀਆਂ ਪੜ੍ਹੀਆਂ, ਪਰ ਕਹਿਣ ਲੱਗੇ 8 ਅਸ਼ਟਪਦੀਆਂ ਤੋਂ ਬਾਅਦ ਵਿੱਚ ਸਰੀਰ ਤੇ ਨਹੀਂ ਦਿਸਦਾ, ਪਰ ਸਾਰੇ ਦੇਗਚੇ ਦੇ ਵਿੱਚੋਂ ਇੱਕ ਇੱਕ ਅੱਖਰ ਦੀ ਆਵਾਜ਼ ਬਾਹਰ ਆਉਂਦੀ ਪਈ ਹੈ, ਜਿਵੇਂ ਬਹੁਤ ਸੰਗਤ ਮਿਲ ਕੇ ਨਾਮ ਜਪਦੀ ਪਈ ਹੋਵੇ। ਭਾਈ ਦਿਆਲਾ ਜੀ ਸ਼ਹੀਦ ਹੋ ਗਏ। ਭਾਈ ਸਤੀ ਦਾਸ ਜੀਆਂ ਨੂੰ ਰੂੰ ਦੇ ਵਿੱਚ ਲਪੇਟ ਕੇ ਰੁੱਖ ਦੇ ਨਾਲ ਬੰਨ੍ਹ ਦਿੱਤਾ, ਰੂੰ ਨੂੰ ਅੱਗ ਲਾਈ। ਉਹਦਾ ਕਾਰਨ ਇਹ ਸੀ ਵੀ ਰੂੰ ਹੌਲੀ ਹੌਲੀ ਸੜੇਗੀ, ਸਿੰਘ ਹੌਲੀ ਹੌਲੀ ਵਿੱਚ ਸੜੇਗਾ, ਇੱਕੇ ਵਾਰੀ ਸੜ ਕੇ ਨਾ ਮਰ ਜਾਵੇ, ਹੌਲੀ ਹੌਲੀ ਸੜੇ, ਤਕਲੀਫ ਹੋਵੇ। ਤੇ ਭਾਈ ਸਤੀ ਦਾਸ ਜੀ ਉਸ ਵੇਲੇ ਮੂਲ ਮੰਤਰ ਦਾ ਪਾਠ ਕਰਦੇ ਪਏ, ਮੂਲ ਮੰਤਰ ਦਾ ਪਾਠ ਹੋ ਰਿਹਾ, ਰੂਈ ਸੜਦੀ ਪਈ ਹੈ। ਭਾਈ ਸਤੀ ਦਾਸ ਗੁਰਬਾਣੀ ਦਾ ਜਾਪ ਕਰਦਿਆਂ ਕਰਦਿਆਂ ਸੱਚਖੰਡ ਵਿੱਚ ਪ੍ਰਾਪਤ ਹੋਏ। ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਔਰੰਗਜ਼ੇਬ ਨੇ ਆਖਿਆ, ਸਾਡੀ ਮੁਗਲਾਂ ਦੀ ਤਲਵਾਰ ਬੜੀ ਤਾਕਤ ਵਾਲੀ ਹੈ, ਇਹਦੇ ਅੱਗੇ ਕੋਈ ਟਿਕ ਨਹੀਂ ਸਕਿਆ, ਵੱਡਿਆਂ ਵੱਡਿਆਂ ਨੂੰ ਕੱਟ ਦਿੰਦੀ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਔਰੰਗਜ਼ੇਬ ਤੇਰੀ ਤਲਵਾਰ ਇੱਕ ਸੂਤ ਦਾ ਧਾਗਾ ਨਹੀਂ ਕੱਟ ਸਕਦੀ, ਤੈਨੂੰ ਇਹਦੇ ਤੇ ਕਾਹਦਾ ਮਾਣ ਹੈ? ਬਾਦਸ਼ਾਹ ਨੇ ਆਖਿਆ, ਫਿਰ ਸਤਿਗੁਰੂ ਤੁਹਾਨੂੰ ਵਿਖਾ ਦੇਵਾਂਗੇ। ਉਸੇ ਵੇਲੇ ਔਰੰਗਜ਼ੇਬ ਨੇ ਇੱਕ ਬੜੀ ਮਜ਼ਬੂਤ ਤਲਵਾਰ ਲੋਹਾਰਾਂ ਕੋਲੋਂ ਬਣਾਈ, ਬੜੀ ਤਿੱਖੀ ਬਣਾਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹੀਦੀ ਦਾ ਦਿਨ ਆਇਆ ਹੈ। ਭਾਈ ਜੈਤਾ ਜੀ ਦਿੱਲੀ ਵਿਖੇ ਸਤਿਗੁਰਾਂ ਦੇ ਭੇਜੇ ਹੋਏ ਪਹੁੰਚੇ। ਸਤਿਗੁਰਾਂ ਨੂੰ ਚਾਂਦਨੀ ਚੌਕ ਦੇ ਵਿੱਚ ਲਿਜਾਂਦਾ ਗਿਆ। ਸਤਿਗੁਰਾਂ ਦਾ ਬਚਨ ਹੋਇਆ, ਕਹਿਣ ਲੱਗੇ, ਭਾਈ ਜੈਤਾ ਜੀ ਤੁਹਾਨੂੰ ਸਾਡਾ ਸੀਸ ਪ੍ਰਾਪਤ ਹੋਵੇਗਾ, ਤੁਸੀਂ ਛੇਤੀ ਦੇ ਨਾਲ ਇਹ ਸੀਸ ਸਾਡਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਜਾਣਾ। ਰਸਤੇ ਵਿੱਚ ਤੁਹਾਨੂੰ ਕੋਈ ਰੋਕ ਨਹੀਂ ਸਕੇਗਾ, ਤੁਹਾਨੂੰ ਕੋਈ ਵੇਖ ਨਹੀਂ ਸਕੇਗਾ, ਅਕਾਲ ਪੁਰਖ ਇੰਨੀ ਕਿਰਪਾ ਕਰੇਗਾ, ਤੁਹਾਨੂੰ ਸਫ਼ਰ ਦੀ ਥਕਾਵਟ ਵੀ ਨਹੀਂ ਹੋਵੇਗੀ, ਪਰ ਇਹ ਸੇਵਾ ਤੁਸੀਂ ਕਰਨੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਚਾਂਦਨੀ ਚੌਕ ਵਿਖੇ ਆ ਗਏ। ਇੱਥੇ ਖੂਹੀ ਦੇ ਜਲ ਤੋਂ ਮਹਾਰਾਜ ਨੇ ਇਸ਼ਨਾਨ ਕੀਤਾ। ਬੋਹੜ ਦਾ ਰੁੱਖ ਹੈ, ਉਹਦੇ ਥੱਲੇ ਮਹਾਰਾਜ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਪਏ। ਗੁਰਮੁਖੋ, ਅੱਜ ਭਾਵੇਂ ਉਹ ਬੋਹੜ ਦਾ ਰੁੱਖ ਨਹੀਂ ਹੈ, 1930 ਤੋਂ ਪਹਿਲਾਂ ਜਦੋਂ ਕਿਤੇ ਉਹਨਾਂ ਨੇ ਗੁਰਦੁਆਰੇ ਨੂੰ ਵੱਡਾ ਕੀਤਾ ਨਾ, ਖੁੱਲ੍ਹਾ ਕਰਨ ਵਾਸਤੇ, ਉਹ ਬੋਹੜ ਦਾ ਰੁੱਖ ਉੱਥੋਂ ਦੇ ਜਿਹੜੇ ਸੇਵਾਦਾਰ ਸਨ, ਕੰਮ ਕਰਨ ਵਾਲੇ, ਉਹਨਾਂ ਨੇ ਪੱਟ ਦਿੱਤਾ, ਉਹ ਨਿਸ਼ਾਨੀ ਖਤਮ ਹੋ ਗਈ ਹੈ। ਅੱਜ ਉੱਥੇ ਇੱਕ ਨਕਲੀ ਸਿੰਡਰੀ ਬਣਾ ਕੇ, ਫੋਟੋ ਬਣਾ ਕੇ ਲਾਈ ਹੋਈ ਹੈ। ਉੱਥੇ ਬੋਹੜ ਦਾ ਰੁੱਖ ਸੀ ਜਿੱਥੇ ਮਹਾਰਾਜ ਇਸ਼ਨਾਨ ਕਰਕੇ ਖੂਹੀ ਤੋਂ ਉਪਰੰਤ ਜਪਜੀ ਸਾਹਿਬ ਦਾ ਪਾਠ ਕਰਦੇ ਪਏ। ਸਤਿਗੁਰਾਂ ਨੇ ਉਸ ਜਲਾਦ ਨੂੰ, ਜਿਹਨੇ ਸੀਸ ਕੱਟਣਾ ਹੈ, ਜਿਹਦੇ ਹੱਥ ਵਿੱਚ ਉਹ ਨੰਗੀ ਤਲਵਾਰ ਹੈ, ਬਚਨ ਕੀਤਾ, ਜਦੋਂ ਅਸੀਂ ਸੀਸ ਝੁਕਾਵਾਂਗੇ, ਅਕਾਲ ਪੁਰਖ ਨੂੰ ਨਮਸਕਾਰ ਕਰਾਂਗੇ, ਤੂੰ ਆਪਣੀ ਤਲਵਾਰ ਦਾ ਵਾਰ ਉਸ ਵੇਲੇ ਤੂੰ ਕਰਨਾ ਹੈ। ਸਤਿਗੁਰੂ ਪਾਤਸ਼ਾਹ ਨੇ ਸ੍ਰੀ ਜਪਜੀ ਸਾਹਿਬ ਗੁਰਬਾਣੀ ਦੇ ਪਾਠ ਕੀਤੇ। ਬਚਨ ਆ ਗਿਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਇਹਨਾਂ ਬਚਨ ਕਹਿ ਕੇ ਜਦੋਂ ਸਤਿਗੁਰਾਂ ਨੇ ਅਕਾਲ ਪੁਰਖ ਨੂੰ ਨਮਸਕਾਰ ਕਰਨ ਵਾਸਤੇ ਆਪਣਾ ਸੀਸ ਝੁਕਾਇਆ, ਇੱਧਰੋਂ ਉਸ ਜਲਾਦ ਨੇ ਆਪਣੇ ਹੱਥ ਵਿੱਚ ਫੜੀ ਹੋਈ ਤਲਵਾਰ, ਜਿਹਦੇ ਉੱਪਰ ਸੂਤ ਦਾ ਧਾਗਾ ਵਲੇਟਿਆ ਹੋਇਆ, ਕਿਉਂਕਿ ਸਤਿਗੁਰੂ ਵਿਖਾਉਣਾ ਚਾਹੁੰਦੇ ਸਨ ਵੀ ਤੁਹਾਡੀ ਤਲਵਾਰ ਤੇ ਸੂਤ ਨੂੰ ਨਹੀਂ ਕੱਟ ਸਕਦੀ, ਇਹਨੇ ਕਿਸੇ ਦਾ ਕੀ ਵਿਗਾੜ ਲੈਣਾ ਹੈ, ਪਰਮਾਤਮਾ ਦਾ ਜੇ ਹੁਕਮ ਨਾ ਹੋਵੇ। ਜਲਾਦ ਨੇ ਤਲਵਾਰ ਚਲਾਈ ਹੈ ਤੇ ਮਹਾਂਪੁਰਖ ਦੱਸਿਆ ਕਰਦੇ ਕਥਾ ਦੇ ਵਿੱਚ, ਕਹਿਣ ਲੱਗੇ, ਤਲਵਾਰ ਤੇ ਮਹਾਰਾਜ ਦੀ ਗਰਦਨ ਤੱਕ ਨਹੀਂ ਪਹੁੰਚੀ। ਸਤਿਗੁਰਾਂ ਨੇ ਪਹਿਲਾਂ ਹੀ ਆਪਣਾ ਸੀਸ ਵੱਖਰਾ ਕਰਕੇ ਤੇ ਭਾਈ ਜੈਤਾ ਜੀ ਦੀ ਝੋਲੀ ਵਿੱਚ ਪ੍ਰਾਪਤ ਹੋਇਆ। ਤਲਵਾਰ ਦਾ ਵਾਰ ਖਾਲੀ ਗਿਆ। ਜਲਾਦ ਹੈਰਾਨ ਹੋ ਗਿਆ, ਕੀ ਬਣਿਆ। ਭੱਜ ਕੇ ਜਾ ਕੇ ਬਾਦਸ਼ਾਹ ਨੂੰ ਦੱਸਿਆ, ਬਾਦਸ਼ਾਹ ਸਲਾਮਤ, ਗੁਰੂ ਦਾ ਬਚਨ ਪੂਰਾ ਹੋਇਆ, ਇਹ ਤਲਵਾਰ ਤੇ ਸਤਿਗੁਰਾਂ ਦੇ ਸੀਸ ਤੱਕ ਵੀ ਨਹੀਂ ਗਈ, ਆ ਵੇਖੋ ਧਾਗਾ ਉਸੇ ਤਰ੍ਹਾਂ ਹੀ ਬੱਧਿਆ ਹੋਇਆ। ਸਤਿਗੁਰਾਂ ਨੇ ਆਪੇ ਹੀ ਸਾਕਾ ਵਰਤਾ ਦਿੱਤਾ। ਭਾਈ ਜੈਤਾ ਜੀ ਛੇਤੀ ਨਾਲ ਮਹਾਰਾਜ ਦਾ ਸੀਸ ਲਪੇਟ ਕੇ ਕੱਪੜੇ ਵਿੱਚ ਦੌੜ ਪਏ ਦਿੱਲੀ ਦੇ ਵਿੱਚੋਂ ਬਾਹਰ ਨੂੰ, ਕਿਉਂਕਿ ਪਤਾ ਹੈ ਬਾਦਸ਼ਾਹ ਦਾ ਹੁਕਮ ਹੋਣ ਕਰਕੇ ਸਾਰੀ ਦਿੱਲੀ ਦਾ ਸ਼ਹਿਰ ਸੀਲ ਕੀਤਾ ਜਾ ਸਕਦਾ ਹੈ, ਪਹਿਰੇ ਲੱਗ ਜਾਣਗੇ, ਨਾਕੇ ਲੱਗ ਜਾਣਗੇ, ਸ਼ਹਿਰ ਵਿੱਚੋਂ ਨਿਕਲਣਾ ਔਖਾ ਹੋ ਜਾਵੇਗਾ। ਦੌੜ ਕੇ ਗੁਰੂ ਕਾ ਸਿੱਖ ਬਾਹਰ ਨਿਕਲਿਆ। ਬੜੀ ਹਨੇਰੀ ਆਈ ਹੈ, ਹਨੇਰੀ ਆਉਣ ਦੇ ਨਾਲ ਬੜਾ ਮਿੱਟੀ ਘੱਟਾ ਉੱਡਿਆ ਹੈ, ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਈ ਹੈ, ਸਿਪਾਹੀ ਅੰਨੇ ਹੋ ਗਏ। ਲੱਖੀ ਸ਼ਾਹ ਬਣਜਾਰਾ, ਉਹਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਐਸੀ ਕੁਰਬਾਨੀ ਕਰ ਰਹੇ ਨੇ,
ਸਮੇਂ ਦੀ ਸਰਕਾਰ ਚਾਹੁੰਦੀ ਹੈ ਕਿ ਮਹਾਰਾਜ ਸਾਹਿਬ ਜੀਆਂ ਦੇ ਧੜ ਦਾ ਅਪਮਾਨ ਕੀਤਾ ਜਾਵੇ। ਚੁੱਕੇ ਨਾ ਕੋਈ ਵੀ ਆ ਕੇ। ਆਪਣੇ ਗੱਡੇ ਦੇ ਵਿੱਚ ਮਹਾਰਾਜ ਜੀਆਂ ਦਾ ਧੜ ਰੱਖਿਆ। ਛੇਤੀ ਦੇ ਨਾਲ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਰਹਿੰਦੇ ਸਨ, ਉਹਨਾਂ ਛੱਪਰਾਂ ਦੇ ਵਿੱਚ ਲਿਜਾ ਕੇ ਇੱਕ ਛੱਪਰ ਦੇ ਵਿੱਚ ਲੱਕੜਾਂ ਦੀ ਚਿਖਾ ਤਿਆਰ ਕਰਕੇ ਮਹਾਰਾਜ ਦਾ ਧੜ ਉਹਦੇ ਉੱਪਰ ਬਿਰਾਜਮਾਨ ਕਰਕੇ ਅਰਦਾਸ ਕਰਕੇ ਛੇਤੀ ਦੇ ਨਾਲ ਚਿਖਾ ਨੂੰ ਅੱਗ ਲਾ ਦਿੱਤੀ। ਰੌਲਾ ਪਾ ਦਿੱਤਾ, ਮੇਰੇ ਤੇ ਘਰ ਨੂੰ, ਮੇਰੇ ਤੇ ਛੱਪਰ ਨੂੰ ਅੱਗ ਲੱਗੀ ਹੈ, ਮੇਰਾ ਤੇ ਘਰ ਸੜ ਗਿਆ, ਤਾਂ ਕਿ ਕਿਸੇ ਨੂੰ ਮੇਰੇ ਤੇ ਸ਼ੱਕ ਨਾ ਹੋ ਜਾਵੇ। ਸਤਿਗੁਰਾਂ ਦੇ ਧੜ ਦਾ ਸੰਸਕਾਰ ਹੋਇਆ। ਫੁੱਲ ਚੁੱਕ ਕੇ ਉਸੇ ਵੇਲੇ ਗਾਗਰ ਵਿੱਚ ਪਾ ਕੇ ਉੱਥੇ ਹੀ ਟੋਇਆ ਪੱਟ ਕੇ ਦੱਬ ਦਿੱਤੇ ਗਏ। ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰੇ ਨੇ ਸੰਭਾਲਿਆ। ਇੱਧਰੋਂ ਸੀਸ ਲੈ ਕੇ ਭਾਈ ਜੈਤਾ ਜੀ ਦੌੜਦੇ ਦੌੜਦੇ ਤੁਰੇ ਆਉਂਦੇ। ਰਸਤੇ ਵਿੱਚ ਮੰਜ਼ਲਾਂ ਮਾਰਦੇ। ਗੁਰਮੁਖੋ ਕਈ ਸਾਖੀਆਂ ਕਹਾਣੀਆਂ, ਪਰ ਸਮਾਂ ਆਪਣੇ ਕੋਲ ਨਹੀਂ ਹੈ। ਭਾਈ ਜੈਤਾ ਜੀ ਉਸ ਵੇਲੇ ਪਹੁੰਚ ਗਏ ਅਨੰਦਪੁਰ ਸਾਹਿਬ ਦੀ ਧਰਤੀ ਤੇ। ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਨਮਸਕਾਰ ਕਰਕੇ ਜਦੋਂ ਸੀਸ ਮਹਾਰਾਜ ਸਾਹਿਬ ਜੀਆਂ ਦੇ ਸਾਹਮਣੇ ਕੀਤਾ, ਜਿਹੜਾ ਬਚਨ ਕੀਤਾ ਸੀ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਸਾਡਾ ਕੱਟਿਆ ਹੋਇਆ ਸੀਸ ਵੀ ਪੁੱਤਰ ਤੇਰੇ ਕੋਲ ਆਵੇ, ਤੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਆਉਣਾ ਚਾਹੀਦਾ, ਉਹ ਬਚਨ ਨੂੰ ਕਾਇਮ ਰੱਖਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਿਤਾ ਦਾ ਸੰਸਕਾਰ ਸੀਸਗੰਜ ਸਾਹਿਬ ਦੀ ਧਰਤੀ, ਅਨੰਦਪੁਰ ਸਾਹਿਬ ਦਾ ਸਥਾਨ, ਇੱਥੇ ਮਹਾਰਾਜ ਜੀਆਂ ਨੇ ਆਪਣੇ ਪਿਤਾ ਦਾ ਸੰਸਕਾਰ ਕਰਵਾਇਆ। ਭਾਈ ਜੈਤਾ ਜੀ ਨੂੰ ਪੁੱਛਿਆ, ਕਹਿਣ ਲੱਗੇ ਭਾਈ ਜੈਤਿਆ ਐਡਾ ਭਾਣਾ ਵਾਪਰਿਆ, ਦਿੱਲੀ ਵਿੱਚ ਕਿਸੇ ਨੇ ਹਾਂ ਦਾ ਨਹੀਂ ਨਾਰਾ ਮਾਰਿਆ। ਤੇ ਭਾਈ ਜੈਤਾ ਜੀ ਕਹਿਣ ਲੱਗੇ ਮਹਾਰਾਜ ਸਿੱਖ ਤੇ ਬੜੇ ਸਨ, ਪਰ ਪਛਾਣ ਨਹੀਂ ਮੈਨੂੰ ਹੋਈ ਵੀ ਉਹ ਸਿੱਖ ਕਿਹੜੇ ਸਨ, ਕਿਉਂਕਿ ਕਿਸੇ ਦੇ ਲਿਬਾਸ ਤੋਂ ਨਹੀਂ ਪਤਾ ਲੱਗਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 9 ਸਾਲ ਦੀ ਉਮਰਾਂ ਵਿੱਚ ਬਚਨ ਆਖਿਆ। ਕਹਿਣ ਲੱਗੇ ਭਾਈ ਜੈਤਿਆ ਮੈਂ ਇਹੋ ਜਿਹਾ ਪੰਥ ਸਜਾਵਾਂਗਾ, ਲੱਖਾਂ ਵਿੱਚ ਇੱਕ ਖਲੋਤਾ ਹੋਵੇਗਾ, ਦੱਸਣ ਦੀ ਲੋੜ ਨਹੀਂ ਪਵੇਗੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ। ਲੱਖਾਂ ਵਿੱਚ ਖਲੋਤਾ ਹੋਇਆ ਆਪਣੇ ਆਪ ਹੀ ਪਛਾਣਿਆ ਜਾਵੇਗਾ। ਇਹ ਬਚਨ ਮਹਾਰਾਜ ਜੀਆਂ ਨੇ ਕਹਿ ਕੇ ਭਾਈ ਜੈਤਾ ਜੀ ਨੂੰ ਆਪਣੇ ਗੱਲ ਲਾਇਆ। ਹੇ ਰੰਗਰੇਟੇ ਗੁਰ ਕੇ ਬੇਟੇ ਰਹੋ ਪੰਥ ਕੇ ਸੰਗ ਸਮੇਟੇ, ਇਹ ਵਰ ਦੇ ਕੇ ਭਾਈ ਜੈਤਾ ਜੀ ਨੂੰ ਪੁੱਤਰ ਕਹਿ ਕੇ ਮਹਾਰਾਜ ਨੇ ਸੀਨੇ ਦੇ ਨਾਲ ਲਾ ਲਿਆ। ਗੁਰਮੁਖੋ ਇਹ ਅੱਜ ਦਾ ਉਹ ਦਿਨ ਹੈ। ਅੱਜ ਦੇ ਦਿਨ ਚਾਂਦਨੀ ਚੌਂਕ ਦਿੱਲੀ ਦੀ ਧਰਤੀ ਤੇ ਦੁਪਹਿਰ ਦੇ 12 ਵਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ। ਇਹ ਮਹਾਰਾਜ ਜੀਆਂ ਦਾ ਸ਼ਹੀਦੀ ਦਿਹਾੜਾ ਅੱਜ ਆਪਾਂ ਮਨਾ ਰਹੇ ਹਾਂ। ਇਤਿਹਾਸ ਪ੍ਰਸੰਗ ਸਾਖੀਆਂ ਹੋਰ ਵੀ ਬਹੁਤ ਨੇ ਸਤਿਗੁਰਾਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ, ਪਰ ਆਪਣੇ ਕੋਲ ਸਮਾਂ ਸੀਮਤ ਹੈ, ਇਸ ਕਰਕੇ ਸੀਮਤ ਸਮੇਂ ਵਿੱਚ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਗੁਰੂ ਕਾ ਹਿਰਦੇ ਵਸੇ ਭੁੱਲਾਂ ਦਾਸ ਦੀਆਂ ਮੁਆਫ ਕਰਨੀਆਂ। ਲੇਖਾ ਕਤਹਿ ਨ ਛੂਟੀਐ ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ।